ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਮਾਝ ਮਹੱਲਾ ਤੀਜਾ। ਘਰ ਪਹਿਲਾ। ਕਰਮ ਹੋਵੇ ਸਤਿਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ। ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾ ਬਣਿਆ। ਹਉ ਵਾਰੀ ਜਿਉ ਵਾਰੀ ਸਤਿਗੁਰ ਕੈ ਬਲਿਹਾਰਣਿਆ। ਗੁਰਮਤੀ ਪ੍ਰਗਾਸ ਹੋਆ ਜੀ ਅਨੰਦਨ, ਹਰ ਗੁਣ ਗੁਰਮਤੀ ਪ੍ਰਗਾਸ ਹੋਆ ਜੀ ਅਨੰਦਨ, ਹਰ ਗੁਣ ਗਾਵਣਿਆ। ਰਹਾਉ ਤਨ ਮਨ ਖੋਜੇ ਤਾਂ ਨਾਉ ਪਾਏ, ਧਾਵਤ ਰਾਖੈ ਠਾਕੁਰ ਰਹਾਏ। ਗੁਰ ਕੀ ਬਾਣੀ ਅੰਦਨ ਗਾਵੈ, ਸਹਿਜੇ ਭਗਤ ਕਰਾਵਣਿਆ। ਇਸ ਕਾਇਆ ਅੰਦਰ ਬਸਤ ਅਸੰਖਾ, ਗੁਰਮੁਖ ਸਾਚ ਮਿਲੈ ਤਾਂ ਵੇਖਾ। 9 ਦਰਵਾਜੇ 10ਵੇਂ ਮੁਕਤਾ, ਅਨਹਦ ਸ਼ਬਦ ਬਜਾਵਣਿਆ। ਸੱਚਾ ਸਾਹਿਬ ਸੱਚੀ ਨਾਈ, ਗੁਰ ਪ੍ਰਸਾਦੀ ਮਨ ਵਸਾਈ। ਆਨੰਦਨ ਸਦਾ ਰਹਿ ਰੰਗ ਰਾਤਾ, ਦਰ ਸੱਚੈ ਸੋਝੀ ਪਾਵਣਿਆ। ਪਾਪ ਪੁਨ ਕੀ ਸਾਰ ਨ ਜਾਣੀ, ਦੂਜੈ ਲਾਗੀ ਭਰਮ ਭੁਲਾਣੀ। ਅਗਿਆਨੀ ਅੰਧਾ ਮਗ ਨ ਜਾਣੈ, ਫਿਰ ਆਵਣ ਜਾਵਣਿਆ। ਗੁਰ ਸੇਵਾ ਤੇ ਸਦਾ ਸੁਖ ਪਾਇਆ, ਹਉਮੈ ਮੇਰਾ ਠਾਕ ਰਹਾਇਆ। ਗੁਰ ਸਾਖੀ ਮਿਟਿਆ ਅੰਧਿਆਰਾ, ਬੱਜਰ ਕਪਾਟ ਖੁਲਾਵਣਿਆ। ਹਉਮੈ ਮਾਰ ਮਨ ਵਸਾਇਆ, ਗੁਰ ਕੀ ਚਰਣੀ ਸਦਾ ਚਿਤ ਲਾਇਆ। ਗੁਰ ਕਿਰਪਾ ਤੇ ਮਨ ਤਨ ਨਿਰਮਲ, ਨਿਰਮਲ ਨਾਮ ਧਿਆਵਣਿਆ। ਜੀਵਨ ਮਰਣਾ ਸਭ ਤੁਧੈ ਧਾਈ, ਜਿਸ ਬਖਸ਼ੇ ਤਿਸ ਦੇ ਵਡਿਆਈ। ਨਾਨਕ ਨਾਮ ਧਿਆਏ ਸਦਾ ਤੂੰ, ਜੰਮਣ ਮਰਨ ਸਵਾਰਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤਲਵੰਡੀ ਦੋਸਾਂਝ ਮਹਾਂਪੁਰਖਾਂ ਦੀ ਜੋ ਨਿਰਮਲ ਕੁਟੀਆ ਹੈ, ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਬਰਸੀ ਦੇ ਸਮਾਗਮ ਨੂੰ ਮੁੱਖ ਰੱਖਦਿਆਂ ਹੋਇਆਂ ਗੁਰ ਸ਼ਬਦ ਦੀ ਵਿਚਾਰ ਕਰ ਰਹੇ ਹਾਂ। ਭਾਈ ਸਾਧੂ ਸਿੰਘ ਜੀ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਂਪੁਰਖਾਂ ਦੀ ਇਹ ਸਾਲਾਨਾ ਯਾਦਗਾਰ ਵਰਸੀ ਮਨਾਉਂਦੇ ਹਨ। ਔਰ ਸ਼੍ਰੀਮੰਤ ਜੀ ਤਥਾ ਭੇਖ ਦੇ ਸਾਰੇ ਸਾਧੂਆਂ ਨੂੰ ਬੜੇ ਸਤਿਕਾਰ ਪਿਆਰ ਨਾਲ ਬੁਲਾ ਕੇ ਸਾਲਾਨਾ ਹੀ ਇਹ ਬੜਾ ਸੁੰਦਰ ਸੰਤ ਸਮਾਗਮ ਹੁੰਦਾ ਹੈ। ਇਸ ਸਾਲ ਇਹ ਕਰੋਨਾ ਦੀ ਬਿਮਾਰੀ ਨੂੰ ਮੁੱਖ ਰੱਖਦਿਆਂ ਨਿਯਮ ਵਿੱਚ ਰਹਿੰਦਿਆਂ ਸਮਾਗਮ ਨੂੰ ਮਰਜ਼ਾਦਾ ਵਿੱਚ ਹੀ ਕੀਤਾ ਜਾ ਰਿਹਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਭੇਖ ਅਪਾਰ, ਤਾਸ ਬਿਨ ਅਵਰ ਨ ਕੋਈ। ਇਸ ਪੰਥ ਦੇ ਅੰਦਰ ਗੁਰੂ ਸਾਹਿਬ ਦੀ ਕਿਰਪਾ ਨਾਲ ਬੇਅੰਤ ਕਮਾਈਆਂ ਵਾਲੇ ਮਹਾਂਪੁਰਖ ਹੋਏ ਆ। ਪਿੱਛੇ ਵੀ ਸੀ, ਅੱਜ ਵੀ, ਗਾਂ ਵੀ ਇਹ ਗਿਆਨਵਾਨਾਂ ਦਾ ਪੰਥ ਮਹਾਰਾਜ ਨੇ ਚਲਾਇਆ, ਚੱਲਦਾ ਹੀ ਰਹਿਣਾ ਹੈ। ਸੋ ਜਦੋਂ ਇਤਿਹਾਸ ਪੜ੍ਹੀਏ ਜਾਂ ਸੰਗਤ ਕਰੀਏ ਤੇ ਫਿਰ ਬੇਅੰਤ ਮਹਾਂਪੁਰਖਾਂ ਦੇ ਦਰਸ਼ਨ ਹੁੰਦੇ ਆ। ਪ੍ਰਤੱਖ ਤੌਰ ਤੇ ਵੀ ਤੇ ਇਤਿਹਾਸ ਦੁਆਰਾ ਵੀ ਬਹੁਤ ਸਾਰੇ ਮਹਾਂਪੁਰਖਾਂ ਪ੍ਰਤੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਅੱਜ ਅਸੀਂ ਇੱਕ ਬ੍ਰਹਤ ਆਤਮਾ ਸੰਤ ਬਾਬਾ ਗੁਰਬਚਨ ਸਿੰਘ ਜੀ, ਉਹਨਾਂ ਦੀ ਬਰਸੀ ਦੇ ਸਮਾਗਮ ਵਿੱਚ ਗੁਰ ਸ਼ਬਦ ਦੀ ਵਿਚਾਰ ਸੰਗਤਾਂ ਦੇ ਨਾਲ ਸਾਂਝੀ ਕਰ ਰਹੇ ਹਾਂ। ਕਿਉਂਕਿ ਸਰਵਰ ਤਰਵਰ ਸੰਤ ਜਨ ਚੌਥਾ ਬਾਦਲ ਮੇਂ, ਪਰ ਉਪਕਾਰਨ ਕਾਰਣੇ ਚੌਹਾਂ ਧਾਰੀ ਦੇ। ਇਸ ਵਾਸਤੇ ਉਹਨਾਂ ਦਾ ਜੀਵਨ ਜਿਹੜਾ ਉਹ ਪਰਉਪਕਾਰ ਵਾਸਤੇ ਹੋਇਆ ਕਰਦਾ ਹੈ। ਕਿਉਂਕਿ ਜਿਹੜਾ ਸਰੀਰ ਹੈ ਇਹ ਸਾਨੂੰ ਮਾਤਾ ਪਿਤਾ ਦੁਆਰਾ
ਕਰਮਾਂ ਦੇ ਅਨੁਸਾਰ ਪ੍ਰਭੂ ਦੀ ਕਿਰਪਾ ਨਾਲ ਮਿਲਦਾ ਹੈ। ਹੈ ਤਾਂ ਸਾਰੀ ਰਚਨਾ ਕਰਤੇ ਦੀ। ਇਸ ਤਰ੍ਹਾਂ ਇੱਕ ਮਾਧਮ ਜਿਵੇਂ ਬਣਿਆ, ਮਾਤ ਪਿਤਾ ਬਿਨ ਜੈਸੇ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕਪਰੇ ਧੋਈ। ਇੱਕ ਤਾਂ ਇਹ ਜਨਮ ਹੈ। ਦੂਸਰਾ ਜਨਮ ਹੈ ਜਦੋਂ ਗੁਰੂ ਕੀ ਸ਼ਰਨ ਵਿੱਚ ਜਾਂਦਾ ਹੈ, ਇਸ ਨੂੰ ਫਿਰ ਸਤਿਗੁਰ ਕਾ ਜਨਮ ਹੈ ਗੌਰ ਮਟਾਇਆ, ਨਵਾਂ ਜਨਮ ਮਿਲਦਾ ਹੈ, ਜਿੱਥੇ ਸਾਨੂੰ ਆਤਮਾ ਪਦ ਦੀ ਸੋਝੀ ਦਾ, ਮਨੁੱਖ ਜਨਮ ਦੀ ਮਹਾਨਤਾ ਦਾ ਗਿਆਨ ਪ੍ਰਾਪਤ ਹੁੰਦਾ ਹੈ। ਆਪਣੇ ਮਨ ਨੂੰ, ਬੁੱਧੀ ਨੂੰ, ਇੰਦਰੀਆਂ ਨੂੰ ਵਿਕਾਰਾਂ ਵੱਲੋਂ ਕਿਵੇਂ ਕਾਬੂ ਕਰਨਾ, ਹਿਰਦੇ ਨੂੰ ਸ਼ੁੱਧ ਕਿਵੇਂ ਕਰਨਾ, ਗੁਰ ਸ਼ਬਦ ਦਾ ਅਭਿਆਸ ਕਿਵੇਂ ਕਰਨਾ, ਤੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕਿਹੜੇ ਕਿਹੜੇ ਸਾਧਨ ਕਰਨੇ ਆ ਜਿਹਦੇ ਦੁਆਰਾ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਸਕੇ। ਉਹਦੇ ਬਾਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਦੇ ਹਨ। ਬਾਜ ਮਹੱਲਾ ਤੀਜਾ ਘਰ ਪਹਿਲਾ, ਕਰਮ ਹੋਵੇ ਸਤਿਗੁਰੂ ਮਿਲਾਏ। ਜੇ ਕਹਿੰਦੇ ਉੱਤਮ ਕਰਮ ਹੋਵੇ, ਸ੍ਰੇਸ਼ਟ ਕਰਮ ਹੋਵੇ, ਫੇਰ ਪਰਮੇਸ਼ਰ ਸਤਿਗੁਰੂ ਦਾ ਮਿਲਾਪ ਬਖਸ਼ਦਾ, ਸਤਿਗੁਰੂ ਨੂੰ ਮਿਲਾ ਦਿੰਦਾ ਹੈ। ਤੇ ਸਤਿਗੁਰੂ ਦੀ ਜਦੋਂ ਸ਼ਰਨ ਵਿੱਚ ਜਾਂਦਾ ਹੈ, ਉਹ ਇਹਨੂੰ ਫਿਰ ਮਨੁੱਖ ਜਨਮ ਦੀ ਦੁਰਲਭਤਾ ਦਾ ਗਿਆਨ ਬਖਸ਼ਦੇ ਹੈ। ਵੀ ਇਹ ਜਿਹੜੀ ਦੇਹ ਕਿਉਂ ਮਿਲੀ ਹੈ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜਹੁ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਉਹ ਫਿਰ ਨੂੰ ਸੇਵਾ ਦੇ, ਸਿਮਰਨ ਦੀ, ਸਤਸੰਗ ਦੀ ਸੋਝੀ ਬਖਸ਼ਦੇ ਆ। ਸੇਵਾ ਸੁਰਤ ਸ਼ਬਦ ਚਿੱਤ ਲਾਏ। ਫਿਰ ਕਹਿੰਦੇ ਆ ਜਦੋਂ ਗੁਰੂ ਮਿਲ ਜਾਂਦਾ ਤੇ ਸਤਿਗੁਰਾਂ ਦੇ ਨਾਲ ਮਿਲ ਕੇ ਸੇਵਾ ਦੇ ਵਿੱਚ ਸੁਰਤੀ, ਸ੍ਰੇਸ਼ਟ ਜਿਹੜੀ ਪ੍ਰੀਤੀ ਕਰਕੇ ਉਹ ਸ਼ਬਦ ਵਿੱਚ ਫਿਰ ਚਿੱਤ ਦੀ ਵਿਰਤੀ ਨੂੰ ਲਾਉਂਦਾ ਹੈ। ਸੋ ਰਤ, ਸੋ ਵਿਸ਼ੇਸ਼ ਕੇ ਰਤ ਮੈਨੇ ਪ੍ਰੀਤੀ, ਜਿਹੜੀ ਉਹ ਪ੍ਰੀਤੀ ਕਰਕੇ ਸ਼ਬਦ ਦੇ ਚਿੱਤ ਲਾਉਂਦਾ, ਫਿਰ ਸ਼ਬਦ ਦਾ ਅਭਿਆਸ ਕਰਦਾ ਹੈ, ਗੁਰ ਸ਼ਬਦ ਦਾ ਅਭਿਆਸ ਕਰਦਾ ਹੈ। ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾ ਬਣਿਆ। ਅੱਗੇ ਗੁਰੂ ਮਹਾਰਾਜ ਕਿਰਪਾ ਕਰਕੇ ਸਮਝਾਉਂਦੇ ਹਨ, ਜਿਨ੍ਹਾਂ ਨੇ ਕਹਿੰਦੇ ਆਪਣੇ ਮਨ ਚੋਂ ਹੰਕਾਰ ਨੂੰ ਮਾਰ ਲਿਆ, ਹੰਕਾਰ ਨੂੰ ਗਵਾ ਦਿੱਤਾ, ਨਿਮਰਤਾ ਵਾਲਾ ਪੱਖ ਧਾਰ ਲਿਆ। ਹਉਮੈ ਮਾਰ ਸਦਾ ਸੁਖ ਪਾਇਆ, ਹਉਮੈ ਨੂੰ ਮਾਰ ਲਿਆ ਤੇ ਹਉਮੈ ਕਰਕੇ ਕਲੇਸ਼ ਆ, ਹਉਮੈ ਕਰਕੇ ਦੁੱਖ ਹੈ। ਜਿੰਨੇ ਪੁਆੜੇ ਆ ਹਉਮੈ ਦੇ ਹੀ ਆ। ਹੁਣ ਆ ਰਾਜੇ ਲੋਕ ਆ, ਇੱਕ ਹਉਮੈ ਵਿੱਚ ਕਿੱਡੇ ਬੜੇ ਬੜੇ ਜੰਗ, ਪਰਮਾਣੂ ਬੰਬ ਚੱਲ ਜਾਂਦੇ ਆ, ਤਬਾਹੀ ਹੋ ਜਾਂਦੀ ਹੈ। ਦੇਸ਼ ਔਰ ਪ੍ਰਜਾ ਕਿਵੇਂ ਉਜੜਦੀ ਹੈ, ਉਹ ਹਉਮੈ ਦਾ ਹੀ ਕਿਤਨਾ ਹੈ। ਹਉਮੈ ਜਿੱਥੇ ਵੀ ਆ ਜਾਏ, ਪਰਿਵਾਰ 'ਚ ਆ ਜਾਏ, ਜਥੇਬੰਦੀਆਂ 'ਚ ਆ ਜਾਏ, ਸਮਾਜ 'ਚ ਆ ਜਾਏ, ਕਿਸੇ ਭੇਖ 'ਚ ਆ ਜਾਏ, ਉੱਥੇ ਹੀ ਕਲੇਸ਼ ਕਲਯੁਗ ਵਰਤ ਜਾਂਦਾ। ਇਸ ਵਾਸਤੇ ਮਹਾਰਾਜ ਕਹਿੰਦੇ ਹਉਮੈ ਮਾਰ ਸਦਾ ਸੁਖ ਪਾਇਆ। ਤੇ ਆਪਣੇ ਮਨ 'ਚ ਵੀ ਦੁੱਖ ਸਾਰਾ ਹਉਮੈ ਹੰਕਾਰ ਦਾ ਹੀ ਹੈ। ਤੇ ਜਿਨੀ ਇਹਨਾਂ ਔਗਣਾਂ ਨੂੰ ਮਾਰ ਲਿਆ, ਸਦਾ ਸੁਖ ਪਾਇਆ, ਉਹਨੇ ਸਦਾ ਵਾਸਤੇ ਸੁਖ ਪਾਇਆ। ਸੁਖ ਚਾਹੁੰਦੇ ਸਾਰੇ ਹੀ ਹੈ। ਹੁਣ ਸੁਖ ਦਾ ਸਾਧਨ ਜਿਹੜਾ ਉਹ ਇਹ ਹੀ ਹੈ, ਮਨ 'ਚੋਂ ਜਿਹੜੇ ਪੰਜੇ ਵਿਕਾਰ ਆ, ਹੰਕਾਰ ਆਦਿਕ, ਇਹਨਾਂ ਨੂੰ ਖਤਮ ਕਰਨਾ। ਤੇ ਜੇ ਕਹੀਏ ਮਾਇਆ ਪਦਾਰਥਾਂ ਨਾਲ ਸੁਖ ਹੈ, ਬੜੇ ਬੜੇ ਅਮੀਰ ਵੀ ਦੁਖੀ ਹੈ, ਕੋਈ ਸਰੀਰ ਕਰਕੇ ਦੁਖੀ ਹੈ, ਕੋਈ ਮਨ ਕਰਕੇ ਦੁਖੀ ਹੈ, ਕੋਈ ਪਰਿਵਾਰ ਕਰਕੇ, ਕੋਈ ਆਂਢ ਗੁਆਂਢ ਤੋਂ ਕੋਈ ਨਾ ਕੋਈ ਤਾਂ ਦੁੱਖ ਬਣਿਆ ਹੀ ਰਹਿੰਦਾ। ਮੁਕੰਮਲ ਸੁੱਖ ਤੇ ਕਿਸੇ ਨੂੰ ਵੀ ਹੈ ਨਹੀਂ। ਸੋ ਇਸ ਜਿਨ੍ਹਾਂ ਨੇ ਹਉਮੈ ਨੂੰ ਮਾਰ ਲਿਆ, ਮਾਰੇ ਕਹਿੰਦੇ ਹਉਮੈ ਮਰ ਸਦਾ ਸੁਖ ਪਾਇਆ,
ਸਦਾ ਅਟਲ ਅਬਨਾਸੀ ਸੁਖ ਨਹੀਂ ਪਾ ਲਿਆ। ਮਾਇਆ ਮੋਹ ਚੁਕਾਵਣਿਆ ਪਾਤਸ਼ਾਹ ਕਿਰਪਾ ਕਰਦੇ, ਕਹਿੰਦੇ ਮਾਇਆ ਦਾ ਮੋਹ ਚੁਕਾਉਣ ਵਾਲੇ ਹੋ ਗਿਆ। ਕਿਉਂਕਿ ਜਿੰਨਾ ਵੀ ਸੰਸਾਰ ਆ ਮਾਇਆ ਦਾ ਮੋਹ, ਬੱਚਾ ਲੈ ਲਓ ਉਹ ਵੀ ਨੋਟ ਦਿਓ ਦੌੜੇ ਜੋ ਹੋਇਆ। ਆ ਅੱਖਾਂ ਤੋਂ ਮਨਾਖੇ ਆ, ਉਹ ਦੇਖ ਲਓ ਨੋਟ ਹੱਥਾਂ ਨਾਲ ਦੇਖ ਕੇ ਦੱਸ ਦਿੰਦੇ ਕਿੰਨੇ ਦਾ, ਨੋਟ ਦੱਸ ਦਿੰਦੇ ਕਿੰਨੇ ਦਾ। ਮੋਹ ਹੀ ਤਾਂ ਸਭ ਨੂੰ, ਛੋਟਾ ਵੱਡਾ ਕੋਈ ਵੀ ਲੈ ਲਓ। ਹਾਂਜੀ, ਇਹ ਠੀਕ ਹੈ ਦੁਨੀਆ ਦਾ ਵਿਹਾਰ ਜਿਹੜਾ ਹੈ ਲੈਣ ਦੇਣ ਮਾਇਆ ਨਾਲ ਚੱਲਦਾ, ਪਰ ਉਹ ਜਿਹੜੇ ਗੁਰਮੁਖ ਆ ਉਹ ਹਾਂਜੀ ਵਰਤਨ ਵਾਲੇ ਵਾਹ ਕਰਦੇ ਆ, ਪਰ ਮਨ ਚੋਂ ਮਾਇਆ ਦਾ ਜਿਹੜਾ ਮੋਹ ਉਹ ਚੁਕਾ ਦਿੰਦੇ ਹਨ। ਹੋ ਵਾਰੀ ਜਿਉ ਵਾਰੀ ਸਤਿਗੁਰ ਕੈ ਬਲਿਹਾਰਣਿਆ, ਗੁਰਮਤਿ ਪ੍ਰਗਾਸ ਹੋਆ ਜੀ ਅੰਦਨ ਹਰ ਗੁਣ ਗਾਵਣਿਆ ਰਹਾ। ਕਹਿੰਦੇ ਅਸੀਂ ਆਪਣੇ ਸਤਿਗੁਰਾਂ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਜਾਂਦੇ ਹਾਂ। ਹੋਂ ਵਾਰੀ ਜਿਉ ਵਾਰੀ ਸਤਿਗੁਰ ਕੈ ਬਲਿਹਾਰਣਿਆ, ਸਤਿਗੁਰਾਂ ਦੇ ਉੱਪਰੋਂ ਮਨ ਕਰਕੇ ਵੀ, ਤਨ ਕਰਕੇ ਵੀ, ਬਾਣੀ ਕਰਕੇ ਵੀ ਬਲਿਹਾਰ ਜਾਂਦੇ, ਕੁਰਬਾਨ ਜਾਂਦੇ ਹਾਂ, ਸਦਕੇ ਭੁੱਲੀ ਜਾਂਦੇ ਹਾਂ। ਔਰ ਗੁਰੂ ਦੀ ਸਿੱਖਿਆ ਕਰਕੇ ਗੁਰਮਤਿ ਪ੍ਰਗਾਸ ਹੋਆ ਜੀ, ਜੀਵ ਨੇ ਜੀਵ ਦੇ ਹਿਰਦੇ ਵਿੱਚ ਗੁਰੂ ਦੀ ਸਿੱਖਿਆ ਕਰਕੇ ਪ੍ਰਕਾਸ਼ ਹੋ ਗਿਆ। ਜੀਵ ਦੇ ਹਿਰਦੇ ਵਿੱਚ ਗੁਰਮਤਿ ਪ੍ਰਗਾਸ ਹੋਆ ਜੀ ਆਨੰਦਨ ਹਰ ਗੁਣ ਗਾਵਣਿਆ ਰਹੋ। ਵਿਸਰਾਮ ਦੀ ਪੰਕਤੀ ਦੁਆਰਾ ਕਿਰਪਾ ਕਰਦੇ ਹਨ। ਜਦੋਂ ਗੁਰੂ ਦੀ ਮੱਤ ਧਾਰ ਲਈ, ਮਨਮਤ ਛੱਡ ਦਿੱਤੀ, ਤੇ ਫਿਰ ਹਿਰਦੇ ਵਿੱਚ ਗੁਰੂ ਦੀ ਸਿੱਖਿਆ ਕਰਕੇ ਆਤਮਾ ਦਾ ਪ੍ਰਕਾਸ਼ ਹੋ ਗਿਆ। ਆਤਮਾ ਹੈ ਤਾਂ ਪ੍ਰਕਾਸ਼ ਰੂਪ, ਤੇ ਜਿਹੜਾ ਉਹ ਮਾਇਆਵੀ ਪੜਦਾ ਜਿਹਦੇ ਨਾਲ ਆਵਿਰਤ ਟਕੀ ਹੋਈ ਹੈ, ਉਹ ਪੜਦਾ ਦੂਰ ਹੋ ਗਿਆ। ਜਿਵੇਂ ਸੂਰਜ ਦੇ ਮੂਹਰੇ ਬੱਦਲ ਆ ਜਾ, ਸੂਰਜ ਰਹਿੰਦਾ ਤਾਂ ਸਦਾ ਹੀ ਹੈ, ਉਹ ਬੱਦਲਾਂ ਕਰਕੇ ਟਕਿਆ ਆ, ਬੱਦਲ ਪਰੇ ਹੋ ਗਏ, ਸੂਰਜ ਪ੍ਰਕਾਸ਼ ਦੇ ਰਿਹਾ। ਤਾਂ ਆਤਮਾ ਤਾਂ ਸਦਾ ਹੀ ਪ੍ਰਕਾਸ਼ ਰੂਪ ਹੈ। ਪਰ ਜਦੋਂ ਕੋਈ ਉਹ ਇਹ ਮਾਇਆ ਦੇ ਪੜਦੇ ਆ ਜਾਂਦੇ, ਉਹ ਨਜ਼ਰ ਨਹੀਂ ਆਉਂਦੀ, ਤੇ ਜਿਹੜੇ ਫਿਰ ਨਾਮ ਬਣੀ ਦਾ ਅਭਿਆਸ ਕਰਦੇ, ਹੌਲੀ ਹੌਲੀ ਉਹ ਪਰਤਾਂ ਸਾਰੀਆਂ ਟੁੱਟ ਜਾਂਦੀਆਂ, ਤੇ ਫਿਰ ਆਤਮਾ ਪ੍ਰਕਾਸ਼ ਰੂਪ ਨਜ਼ਰ ਆਉਣ ਲੱਗ ਪੈਂਦੀ ਹੈ। ਗੁਰਮਤਿ ਪ੍ਰਗਾਸ ਹੋਆ ਜੀ, ਕਹਿੰਦੇ ਗੁਰੂ ਦੀ ਮੱਤ ਧਾਰਨ ਜੀਵ ਦੇ ਅੰਦਰ ਆਤਮ ਪਦ ਦਾ ਪ੍ਰਕਾਸ਼ ਹੋ ਗਿਆ। ਆਨੰਦਨ ਹਰ ਗੁਣ ਗਾ ਬਣਿਆ ਰਹੋ। ਕਿਹਨਾਂ ਦੇ? ਜਿਹੜੇ ਆਨੰਦਨ ਦਿਨ ਰਾਤ ਹਰੀ ਪਰਮਾਤਮਾ ਦੇ ਗੁਣ ਗਾਉਂਦੇ, ਗੁਣ ਗਾਉਂਦਿਆਂ ਗਾਉਂਦਿਆਂ ਹਿਰਦਾ ਸ਼ੁੱਧ ਹੋਣ ਲੱਗ ਪੈਂਦਾ। ਟਾਈਮ ਲੱਗਦਾ। ਉਹ ਇਹ ਹੁਣ ਕਈਆਂ ਦੀ ਪਿਛਲੀ ਕਮਾਈ ਬਹੁਤੀ ਹੁੰਦੀ ਹੈ, ਕਈਆਂ ਨੂੰ ਇਸ ਜਨਮ 'ਚ ਮਿਹਨਤ ਕਰਨੀ ਪੈਂਦੀ, ਕਈ ਵਾਰੀ ਐਸੇ ਜਨਮ ਪੂਰੀ ਨਹੀਂ, ਫਿਰ ਅਗਲਾ ਜਨਮ ਮਹਾਰਾਜ ਦਿੰਦਾ ਅਗਲਾ, ਪਰ ਲੱਗਾ ਰਹੇ ਤਾਂ ਫਿਰ ਕਿਤੇ ਨਾ ਕਿਤੇ ਬੰਦਾ ਪਹੁੰਚ ਹੀ ਜਾਂਦਾ। ਤੁਰਿਆ ਰਹੇ ਭਾਵੇਂ ਹੌਲੀ ਵੀ ਜਾਏ ਤੇ ਪਹੁੰਚ ਜਾਊਗਾ, ਤੇ ਜੇ ਆਲਸ ਕਰਕੇ ਪਿਆ ਰਹੇ ਫਿਰ ਕਿਤੇ ਪਹੁੰਚਣਾ। ਤਨ ਮਨ ਖੋਜੇ ਤਾ ਨਾਉ ਪਾਏ, ਧਾਵਤ ਰੱਖੈ ਠਾਕੁਰ ਆਏ। ਤਨ ਨੰਨੇ ਨੂੰ ਕਿਹੜਾ ਕਹਿੰਦੇ, ਜਿਹੜਾ ਸੂਖਮ ਮਨ ਆ, ਜਦੋਂ ਕਹਿੰਦੇ ਉਹਨੂੰ ਵਿਚਾਰੇ ਕਿ ਇਹ ਜਿਹੜਾ ਮਨ ਆ ਕਿਹਦੀ ਸੱਤਿਆ ਦੇ ਨਾਲ ਇਹ ਸਾਰੇ ਫੁਰਨੇ ਫਰਨੇ ਕਰ ਰਿਹਾ ਹੈ, ਕਿਉਂਕਿ ਮਨ ਵੀ ਜਾੜਿਆ, ਇਹ ਵੀ ਸੱਤਾ ਪਾ ਕੇ ਫੁਰਨੇ ਕਰਦਾ, ਸਕਲਪ ਕਲਪ ਕਰਦਾ। ਤੇ ਤਨ ਛੂਟੇ ਮਨ ਕਹਾਂ ਸਮਾਏ, ਜਿਹੜੇ ਸਰੀਰ ਛਾੜੇ ਫੇਰ ਕਿੱਥੇ ਆ। ਕਹਿੰਦੇ ਨਾਮ ਜਪਣੇ ਦਾ ਫਲ ਜਿਹੜਾ ਆ ਉਹ ਕੀ ਆ? ਆਤਮਾ ਆਨੰਦ। ਨਾਮ ਜਪਣ ਦਾ ਫਲ ਆ। ਹੁਣ ਅੰਬ ਲਾਇਆ, ਉਹਦਾ ਫਲ ਕੀ? ਅੰਬ ਖਾਣਾ, ਅੰਬ ਦਾ ਰਸ ਲੈਣਾ। ਵਿਦਿਆ ਪੜ੍ਹਦਾ, ਉਹਦਾ ਫਲ ਆ ਕਿ ਉਹਨੂੰ ਫਿਰ ਪ੍ਰਮਾਣ ਪੱਤਰ ਮਿਲੇਗਾ। ਕੋਈ ਵੀ ਕੰਮ ਹੈ ਉਹਦਾ ਫਲ ਤਾਂ ਕੋਈ ਨਾ ਕੋਈ ਸਿੱਟਾ ਤਾਂ ਨਿਕਲਦਾ ਹੀ ਆ ਨਾ। ਤੇ ਨਾਮ ਜਪਣੇ ਦਾ ਫਲ ਕੀ ਹੈ? ਆਤਮਾ ਆਨੰਦ। ਉਹ ਆਤਮਾ ਆਨੰਦ ਨੂੰ ਪਾਲਦਾ ਹੈ। ਧਾਵਤ ਰੱਖੈ ਠਾਕੁਰ ਹਾਏ, ਤਨ ਮਨ ਖੋਜੇ ਤਾਂ ਨਾਉ ਪਾਏ। ਜਦੋਂ ਕਹਿੰਦੇ ਫਿਰੇ ਤਨ ਦੇ ਵਿੱਚ
ਉਹਨੂੰ ਖੋਜਦਾ ਹਾਂਜੀ ਤੇ ਫਿਰ ਇਹ ਨਾਮ ਜਪਣੇ ਦਾ ਫਲ ਪਾ ਲੈਂਦਾ। ਨਾਮ ਜਪਣੇ ਦਾ ਫਲ ਹੈ ਆਤਮਾ ਦਾ ਆਨੰਦ ਹਾਂਜੀ। ਕੋਈ ਆਮ ਸੰਸਾਰ ਜਿਹੜਾ ਉਹ ਵੇਸ਼ਿਆਂ ਦੇ ਆਨੰਦ 'ਚ ਹੀ ਹੈ। ਜੋਗੀ ਜਿਹੜੇ ਆ ਉਹ ਯੋਗਾ ਆਨੰਦ ਜਾਂ ਭਜਨ ਆਨੰਦ ਆ ਜਗਿਆਸੂ ਨੂੰ, ਉਹ ਇੱਕ ਰਸ ਜਿਹੜਾ ਆਤਮਾ ਆਨੰਦ ਉਹਨੂੰ ਪਾ ਲੈਂਦੇ ਹਨ। ਕੈਸੇ ਪਾਉਂਦੇ ਆ ਉਹ ਦੱਸ ਰਹੇ ਆ। ਧਾਵਤ ਰਾਖਿਆ ਠਾਕ ਰਹਾ। ਜਿਹੜੇ ਵਿਖੇ ਵਿਕਾਰਾਂ 'ਚ ਇੰਦਰੀ ਆ ਨਾ, ਇਹ ਧਾਵਤ ਦੌੜੇ ਫਿਰਦੇ ਆ। ਜਾਗਦਿਆਂ ਵੀ ਦੌੜੇ ਫਿਰਦੇ, ਰਾਤ ਨੂੰ ਸੁਪਨੇ 'ਚ ਵੀ ਮਾਰ ਕਰਦੇ ਆ। ਸੁਪਨੇ 'ਚ ਹੁੰਦਾ ਨਹੀਂ ਕੁਛ ਵੀ। ਜਿਵੇਂ ਉਹ ਬਾਣੀਆਂ ਸੀ ਨਾ, ਉਹ ਕੱਪੜਾ ਵੇਚਦਾ ਸੀ, ਸੌਦਾ ਟੁੱਟ ਗਿਆ ਹੋਇਆ ਨਾ, ਉਹ ਡੱਗੀ ਲਾ ਕੇ ਫਿਰਦਾ ਸੀ ਤੇ ਦਰਖਤ ਸੋਹਣੇ ਸੀ, ਉਹਦੀ ਮਨ ਸੋਹਣੀ ਬਣੀ ਹੋਈ ਸੀ ਤੇ ਉੱਤੇ ਸੌ ਗਿਆ। ਉਹ ਸੁਪਨਾ ਆ ਗਿਆ ਤੇ ਫੇਰ ਕੋਈ ਚਾਦਰ ਮੰਗਣ ਲੱਗ ਪਿਆ ਤੇ ਫੇਰ ਸੌਦਾ ਟੁੱਟਿਆ। ਉਹ ਧੋਤੀ ਆਪਣੀ ਪਾੜ ਲਈ। ਨਾ ਉੱਥੇ ਕੋਈ ਗਾਹਕ ਸੀ, ਨਾ ਕੋਈ ਗੱਲ ਸੀ ਹਾਂਜੀ। ਇਸ ਤਰ੍ਹਾਂ ਸੁਪਨੇ 'ਚ ਹੁਣ ਕਈ ਵਾਰੀ ਬੈਰੀ ਦੇਖਦਾ, ਮਿੱਤਰ ਦੇਖਦਾ, ਜਾਂ ਬਕਾਰ ਭਾਵਨਾ ਹੁੰਦੀ, ਹੁੰਦਾ ਤਾਂ ਕੋਈ ਹੈ ਨਹੀਂ, ਪਰ ਉਹਦਾ ਅਸਰ ਉਹ ਜ਼ਰੂਰ ਹੁੰਦਾ। ਇਸ ਵਾਸਤੇ ਕਹਿੰਦੇ ਆ ਇਹ ਮਨ ਜਾਗਦਿਆਂ ਵੀ ਸੁਪਨੇ 'ਚ ਵੀ ਦੌੜਦਾ। ਕਹਿੰਦੇ ਜਿਨ੍ਹਾਂ ਨੇ ਜਾਗਰਤ ਅਵਸਥਾ 'ਚ ਵੀ ਤੇ ਸੁਪਨ ਅਵਸਥਾ 'ਚ ਵੀ ਵੇਖਿਆਂ ਦੇ ਵਿੱਚ ਜਿਹੜੇ ਇੰਦਰੀ ਧਾਵਤ ਦੌੜਦੇ ਆ ਨਾ, ਤੇ ਕਹਿੰਦੇ ਤਿੰਨਾਂ ਨੂੰ ਰਾਖੇ ਰੋਕ ਰੱਖੇ। ਮਨ ਸੁਪਨੇ 'ਚ ਵੀ ਮਾੜੇ ਪਾਸੇ ਨਾ ਜਾਏ, ਕਿਉਂਕਿ ਜਿਹੜਾ ਸੁਪਨਾ ਹੈ ਨਾ, ਇਹ ਜਾਗਰਤ ਦਾ ਫੋਟੋ ਸਟੇਟ ਆ, ਨੈਗੇਟਿਵ ਆ। ਜੇ ਜਾਗਦਿਆਂ ਮਨ 'ਚ ਉਧਰ ਨੂੰ ਫੁਰਨੇ ਜਾਂਦੇ ਆ, ਉਹ ਸੁਪਨੇ 'ਚ ਫਿਰ ਉਹ ਹੀ ਦ੍ਰਿਸ਼ ਆਉਂਦੇ ਮੂਹਰੇ। ਜਿੰਨੀ ਜਾਗਰਤ ਅਵਸਥਾ ਸਹੀ ਬਣਾ ਲਈ, ਉਹਨਾਂ ਦੇ ਸੁਪਨਾ ਵੀ ਮਾੜਾ ਨਹੀਂ ਆਏਗਾ, ਪ੍ਰਭਾਵ ਨਹੀਂ ਹੋਏ। ਇਸੇ ਕਰਕੇ ਫਿਰ ਉਹ ਜਾਗਦਿਆਂ ਹਰ ਵੇਲੇ ਭਜਨ 'ਚ, ਬਾਣੀ 'ਚ, ਸਤਸੰਗ 'ਚ ਵਾਲੇ ਪਾਸੇ ਮਨ ਲਾ ਛੱਡਦੇ ਪਏ। ਕੋਈ ਦ੍ਰਿਸ਼ ਭੈੜਾ ਨਾ ਦੇਖਿਆ ਜਾਂ ਉੱਧਰ ਫੁਰਨਾ ਨਾ ਉੱਠਣ ਦਿੱਤਾ ਜਾਏ, ਉਹ ਫਿਰ ਉੱਧਰ ਆਪਣਾ ਉਦਮ ਕਰਦੇ ਆ। ਕਹਿੰਦੇ ਮਨ ਨੂੰ ਸੰਕਲਪਾਂ ਵੱਲੋਂ ਠਾਕ ਰਹਾਏ ਔਰ ਰੋਕ ਕੇ ਰਹਾਏ ਰੱਖਦੇ ਹਨ। ਗੁਰ ਕੀ ਬਾਣੀ ਅੰਦਨ ਗਾਵੇ ਸਹਿਜੇ ਭਗਤ ਕਰਾਵਣ। ਉਹ ਜਿਹੜੇ ਮਹਾਂਪੁਰਖ ਆ, ਉਹ ਆਪ ਸਤਿਗੁਰਾਂ ਦੀ ਬਾਣੀ ਸਹਿਜੇ ਸੁਤੇ ਸੇ ਦਿਨ ਰਾਤ ਗਾਉਂਦੇ ਆ, ਔਰ ਫਿਰ ਬਾਣੀ ਦੀ ਇਤਿਹਾਸ ਦੀ ਕਥਾ ਕਰਕੇ ਹਾਂਜੀ ਦੂਜਿਆਂ ਨੂੰ ਵੀ ਉਹ ਸੁਣਾ ਕੇ ਫਿਰ ਪਿਆਰ ਸ਼ਰਧਾ ਪੈਦਾ ਕਰਕੇ ਹੋਰਾਂ ਨੂੰ ਵੀ ਭਗਤੀ ਕਰਾਉਂਦੇ ਆ। ਉਪਦੇਸ਼ ਦੇ ਕੇ ਉਹਨਾਂ ਨੂੰ ਵੀ ਲਾਉਂਦੇ ਆ ਹਾਂਜੀ। ਇਹ ਸੰਗਤ ਦਾ ਲੂਣ ਪਾਣੀ ਖਾਣੇ, ਇਹਨਾਂ ਦਾ ਵੀ ਭਲਾ ਹੋਵੇ, ਉਹਨਾਂ ਨੂੰ ਵੀ ਇੱਧਰ ਲਾ ਦਿੰਦੇ ਆ। ਉਹਨਾਂ ਨੂੰ ਵੀ ਪਰਮੇਸ਼ਰ ਦੀ ਭਗਤੀ ਦੇ ਵਿੱਚ ਲਾ ਦਿੰਦੇ ਆ। ਇਸ ਵਾਸਤੇ ਫਿਰ ਹੁਣ ਇੱਥੇ ਸ਼ੰਕਾ ਹੁੰਦੀ ਹੈ ਕਿ ਜਿਹਦੀ ਭਗਤੀ ਉਹ ਕਰਦੇ ਆ ਜਾਂ ਕਰਾਉਂਦੇ ਆ, ਉਹ ਪਰਮੇਸ਼ਰ ਹੈ ਕਿੱਥੇ ਹੈ? ਪਰਮੇਸ਼ਰ ਕਿੱਥੇ ਹੈ ਜਿਹਦੀ ਭਗਤੀ ਕਰਾਉਂਦੇ? ਜੇ ਹੁਣ ਕਹੀਏ ਦਿਖਾਓ, ਇਉਂ ਤਾਂ ਦਿਖਾਇਆ ਨਹੀਂ ਨਾ ਜਾਂਦਾ। ਇਹ ਹੈ ਕਿੱਥੇ? ਇਸ ਕਾਇਆ ਅੰਦਰ ਬਸਤ ਅਸੰਖਾ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਕਿਰਪਾ ਕਰਕੇ ਭੁਲੇਖਾ ਕੱਢਣ ਲਈ ਉੱਤਰ ਦਿੰਦੇ ਆ। ਕਹਿੰਦੇ ਸਰੀਰ ਦੇ ਵਿੱਚ ਵਸਤੂ ਰੂਪ ਅਸੰਖਾ ਗਿਣਤੀ ਤੋਂ ਰਹਿਤ ਪਰਮਾਤਮਾ ਬੈਠਾ ਹੈ ਹਾਂਜੀ। ਉਹ ਗਿਣਤੀ ਤੋਂ ਰਹਿਤ ਹੈ। ਇਸ ਕਾਇਆ ਅੰਦਰ ਬਸਤ ਅਸੰਖਾ ਹੀ ਐਸੀਆਂ ਵਸਤੂਆਂ ਪਾਈਆਂ ਹੋਈਆਂ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ। ਗੁਰਮੁਖ ਸਾਚ ਮਿਲਿਆ ਤਾਂ ਵੇਖਾ। ਜੇ ਕਹਿੰਦੇ ਗੁਰਾਂ ਦੁਆਰਾ ਨਾ ਸੱਚਾ ਨਾਮ ਮਿਲ ਜਾਏ, ਉਹਦੀ ਕਮਾਈ ਕੀਤੀ ਜਾਏ, ਫਿਰ ਦੇਖਾ ਮੈਨੇ ਦੇਖਿਆ ਜਾਂਦਾ। ਅੰਦਰ ਹੈ ਬਹੁਤ ਕੁਛ ਹੈ, ਪਰ ਉਹ ਦੇਖਾਂਗੇ ਤਾਂ ਹੀ। ਜੇ ਹੁਣ ਅੰਦਰ ਵੜਾਂਗੇ, ਬਿਰਤੀ ਅੰਤਰਮੁਖ ਕਰਾਂਗੇ, ਫਿਰ ਦੇਖਾਂਗੇ ਵੀ ਕੀ ਕੁਛ ਪਰਮੇਸ਼ਰ ਨੇ ਇਹਦੇ ਅੰਦਰ ਰੱਖਿਆ ਹੋਇਆ। ਉਵੇਂ ਡਾਕਟਰ ਜਾਂ ਸਾਇੰਸਦਾਨ ਚੀਰ ਫੜ ਕਰਕੇ ਦੇਖੋ ਤਾਂ ਕੁਝ ਵੀ ਨਹੀਂ ਲੱਜਣਾ। ਗੰਦ ਪਿੱਲ ਲੱਜੂਗਾ, ਹੱਡੀਆਂ ਮਾਸ ਚਰਬੀ ਲੱਜੂਗੀ,
पर ਜਿਹੜੇ शब्द की कमाई करके बिरती ਨੂੰ अंतर्मुख करके ਵਿਕਾਰਾਂ ਤੋਂ ਉੱਪਰ ਉੱਠ ਕੇ ਦੇਖਾਂਗੇ ਉਹ परमात्मा आप भी ਇਹਦੇ ਵਿੱਚ ਬੈਠਾ ਤੇ ਫੇਰ ਬਹੁਤ ਕੁਝ ਨਜ਼ਰ ਆਉਣ ਲੱਗ ਜਾਂਦਾ ਹੈ। ਕਹਿੰਦੇ ਵੀ ਉਹ ਸਰੀਰ ਦੇ ਅੰਦਰ ਜੇ ਹੈਗਾ ਆ ਗੁਰਮੁਖ ਸਾਜ ਮਿਲੇ ਤਾਂ ਵੇਖਾਂ ਹਾਂਜੀ ਤੇ ਜੇ ਕਹਿੰਦੇ ਗੁਰਮੁਖ ਗੁਰਾਂ ਦੁਆਰਾ ਸੱਚਾ ਨਾਮ ਮਿਲ ਜਾਏ ਨਾ ਉਹਦੀ ਕਮਾਈ ਕੀ ਫੇਰ ਦੇਖਿਆ ਜਾਂਦਾ। ਕਹਿੰਦੇ ਜੇ ਸਰੀਰ ਵਿੱਚ ਹੈਗਾ ਫਿਰ ਅਗਲਾ ਪ੍ਰਸ਼ਨ ਹੈ ਕਹਿੰਦੇ ਫਿਰ ਉਹਨੂੰ ਸਾਰੇ ਦੇਖ ਕਿਉਂ ਨਹੀਂ ਲੈਂਦੇ ਜੇ ਸਾਰਿਆਂ ਦੇ ਸਰੀਰਾਂ 'ਚ ਆ ਵਿਆਪਕ ਆ ਉਹ ਕਿਉਂ ਨਹੀਂ ਦੇਖ ਲੈਂਦੇ ਫਿਰ ਅੱਖਾਂ ਨਾਲ ਬਾਹਰਲਾ ਸੰਸਾਰ ਤਾਂ ਦੀਦਾ ਪਰ ਉਹ ਗਿਆਨ ਦੀ ਅੱਖਾਂ ਨਾਲ ਦੀਦਾ ਗਿਆਨ ਬਰਾਗ ਦੇ ਨੇਤਰਾਂ ਨਾਲ ਦੀਦਾ ਇਹ ਸੰਰੇਸ਼ਟੀ ਜਿੰਨੀ ਹੈ ਨਾ ਜਿੰਨਾ ਗਿਆਨ ਹੈ ਨਾ ਬਰਾਗ ਆ ਨਾ ਤੇ ਆ ਗਿਆ ਤੇ ਦੇਖਿਆ ਕਿਵੇਂ ਜਾਏ 9 ਦਰਵਾਜ਼ੇ 10ਵੇਂ ਮੁਕਤਾ ਅਨਹਦ ਸ਼ਬਦ ਵਜਾਵਣੇ ਕਹਿੰਦੇ ਅਨਹਦ ਜਿਹੜਾ ਇੱਕ ਰਸ ਜਿਹਦੀ ਹੱਦ ਕੋਈ ਸੀਮਾ ਨਹੀਂ ਨਾਸ ਤੋਂ ਰਹਿਤ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦਾ ਕਹਿੰਦੇ ਵਜਾਉਣੇ ਵਾਲਾ ਅਥਾਰ ਆਚਾਰਣੇ ਵਾਲਾ ਹਾਂਜੀ ਹੋਇਆ ਆ ਕਹਿੰਦੇ ਜਿਹੜੇ 9 ਗੋਲਕਾਂ 10 ਇੰਦਰੀਏ ਹੈ ਇਹਨਾਂ ਨੂੰ ਰੋਕ ਕੇ 10ਵੇਂ ਫੇਰ ਪਰਮੇਸ਼ਰ ਨੂੰ ਪਾ ਕਰਕੇ ਉਹ ਮੁਕਤ ਹੁੰਦਾ। ਹੁਣ ਜਿਵੇਂ 5 ਗਿਆਨ ਇੰਦਰੀਆਂ 5 ਕਰਮ ਇੰਦਰੀਆਂ ਇਹ 9 ਗੋਲਕਾਂ ਹੈਗੀਆਂ ਸਰੀਰ ਦੇ ਜਿਹੜੇ ਹਾਂਜੀ ਤੇ ਨਾਸਾਂ ਦੇ 6 ਹੈ ਮੂੰਹ ਵਗੈਰਾ ਇਸ ਤਰ੍ਹਾਂ ਸਰੀਰ ਦੇ ਹੋਰ ਵੀ ਜਾਣ ਲਓ ਕੰਨਾਂ ਦੇ ਹੈਗੇ ਹਾਂਜੀ ਤੇ 10ਵਾਂ ਜਿਹੜਾ ਉਹ 10ਵੇਂ ਦੁਆਰ ਦੇ ਵਿੱਚ 10ਵਾਂ ਦੁਆਰ ਜਿਹੜਾ ਹੈਗਾ ਕਹਿੰਦੇ ਜਦੋਂ 10 ਇੰਦਰੀਏ 9 ਗੋਲਕਾਂ ਲੋ ਮਨ ਰੋਕ ਲਿਆ ਜਾਏ ਤੇ ਫਿਰ 10ਵੇਂ ਪਰਮੇਸ਼ਰ ਨੂੰ ਪਾ ਕੇ ਮੁਕਤ ਹੋ ਜਾਂਦਾ ਹੈ। ਸਾਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਕਹਿੰਦੇ ਉਹ ਪਰਮਾਤਮਾ ਸੱਚਾ ਸਾਹਿਬ ਹੈ ਉਹਦੀ ਨਾਈ ਜਿਹੜੀ ਵਡਿਆਈ ਹੈ ਉਹ ਵੀ ਸੱਚੀ ਹੈ। ਕਹਿੰਦੇ ਜਿਹਨੂੰ ਗੁਰਾਂ ਦੀ ਕਿਰਪਾ ਤੋਂ ਵਡਿਆਈ ਜਿਹੜੀ ਹੈ ਨਾ ਉਹ ਮਨ 'ਚ ਵਸਾ ਲਈ ਹੈ। ਕਈ ਤਾਂ ਦਿਖਾਵੇ ਵਾਸਤੇ ਵਡਿਆਈ ਕਰਦੇ ਆ ਅੰਦਰ ਨਹੀਂ ਸ਼ਰਧਾ ਭਗਤੀ ਜੀ ਕਹਿੰਦੇ ਗੁਰੂ ਦੀ ਵਡਿਆਈ ਨੂੰ ਮਨ 'ਚ ਵਸਾ ਲਿਆ। ਆਂਦਨ ਸਦਾ ਰਹੇ ਰੰਗ ਰਾਤਾ ਦਰ ਸੱਚੇ ਸੋਝੀ ਪਾਵਣ ਉਹ ਜਿਹੜੇ ਪੁਰਖ ਆ ਆਂਦਨ ਮੈਨੇ ਦਿਨ ਰਾਤ ਸਦਾ ਹੀ ਰੰਗ ਉਹ ਮਾਲਕ ਦੇ ਆਨੰਦ ਵਿੱਚ ਰਾਤਾਂ ਮਸਤ ਰਹਿੰਦੇ ਆ। ਜਿਹੜੇ ਰਾਤ ਸੁਣਨ ਲੱਗ ਪੈਂਦਾ ਫਿਰ ਬੰਦਾ ਉਧਰੋਂ ਜਾਂਦਾ ਹੀ ਨਹੀਂ ਕਰਸਾਂ 'ਚ ਲੱਗਾ ਆ ਜਿਹੜੇ ਰਾਸ ਆ ਜਾਏ ਫਿਰ ਛੱਡਣ ਨੂੰ ਚੇਤੂ ਨਹੀਂ ਪੈਂਦਾ। ਦਰ ਸੱਚੇ ਸੋਝੀ ਪਾਵਣ ਹਾਂਜੀ ਕਹਿੰਦੇ ਉਹ ਸਰੀਰ ਦੇ ਵਿੱਚ ਹੀ ਸੱਚਾ ਜਿਹੜਾ ਪੁਰਖ ਦਿਨ ਰਾਤ ਹਮੇਸ਼ਾ ਉਹਦੇ ਆਨੰਦ 'ਚ ਰਹਿੰਦੇ ਆ ਔਰ ਸਰੀਰ ਦੇ ਵਿੱਚ ਸੱਚੇ ਪਰਮਾਤਮਾ ਦੀ ਸੋਝੀ ਪਾ ਲਈ ਹੈ ਕਿ ਉਹ ਪਰਮਾਤਮਾ ਆਤਮਾ ਕਰਕੇ ਨਿਵਾਸ ਕਰ ਰਿਹਾ ਹੈ। ਹਾਂਜੀ ਹੁਣ ਉੱਪਰ ਜਿਹੜੀਆਂ ਮਹਾਰਾਜ ਨੇ 4 ਪੌੜੀਆਂ ਸੀ ਨਾ ਉਹਨਾਂ 'ਚ ਗੁਰਮੁਖਾਂ ਦੀ ਜਿਹੜੀ ਹਾਲਤ ਸੀ ਉਹ ਵਰਣਨ ਕੀਤੀ ਹੈ ਤੇ ਹੁਣ ਮਨਮੁਖਾਂ ਦੀ ਵੀ ਦੱਸਦੇ ਆ ਕਿ ਸ੍ਰਿਸ਼ਟੀ ਦੋਏ ਤਰ੍ਹਾਂ ਦੀ ਹੈ ਗੁਰਮੁਖ ਵੀ ਹੈ ਮਨਮੁਖ ਵੀ ਹੈ ਸਾਧ ਵੀ ਹੈ ਅਸਾਧ ਵੀ ਹੈ ਹਾਂਜੀ ਇਹ ਦੋਨੋਂ ਜੋੜਾ ਚੱਲੀ ਹੀ ਜਾਂਦਾ ਹਾਂਜੀ ਚੋਰ ਵੀ ਹੈ ਸਾਧ ਵੀ ਸਾਰੇ ਚੱਲੀ ਜਾਂਦੇ ਆ ਭਲੇ ਵੀ ਹੈ ਬੁਰੇ ਵੀ ਹੈ ਪਾਪ ਵੀ ਹੈ ਪੁੰਨ ਵੀ ਹੈ ਦਿਨ ਆ ਰਾਤ ਹੈ ਇਹ ਜੋੜਾ ਬਣਿਆ ਤੇ ਜਿੱਥੇ ਗੁਰਮੁਖ ਆ ਉੱਥੋਂ ਦੇ ਪਾਸੇ ਮਨਮੁਖਾਂ ਦਾ ਵੀ ਕੋਈ ਅੰਤ ਹਿਸਾਬ ਨਹੀਂ। ਜਿਹੜੇ ਮਨਮੁਖ ਉਹ ਕਿਹੋ ਜਿਹੇ ਪਾਪ ਪੁੰਨ ਕੀ ਸਾਰ ਨਾ ਜਾਣੇ ਉਹ ਮਨਮੁਖ ਨਾ ਪਾਪ ਦੀ ਨਾ ਪੁੰਨ ਦੀ ਖਬਰ ਹੀ ਨਹੀਂ ਜਾਣੀ ਦਿਨ ਰਾਤ ਪਾਪਾਂ 'ਚ ਲੱਗੇ ਆ ਉੱਠੇ ਕਰੀ ਜਾਂਦੇ ਕੰਮ ਦੂਜੇ ਲਾਗੀ ਕਰਮ ਭੁਲਾਣੇ ਦਵੈਸ਼ ਭਾਵ 'ਚ ਲੱਗੇ ਆ ਧਰਮ ਅਧਰਮ ਤੋਂ ਖਾਲੀ ਹੈ ਹਾਂਜੀ ਕਿਉਂ ਅਗਿਆਨੀ ਦੀ ਬੁੱਧੀ ਪਰਮੇਸ਼ਰ ਤੋਂ
ਭਿੰਨ ਆ, ਸੰਸਾਰਾਕਾਰ ਆ, ਸੰਸਾਰ ਵੱਲ ਲੱਗੀ ਹੋਈ ਹੈ। ਹਾਂਜੀ, ਇਸ ਵਾਸਤੇ ਭਰਮਾਂ 'ਚ ਭੁੱਲੇ ਹੋਏ ਆ। ਘਰ ਬੈਠੇ ਮੰਜੇ ਤੇ ਲਿਟੋ ਹਾਏ ਹਾਏ ਤਾਂ ਕਰੀ ਜਾਣਗੇ, ਤੇ ਪਰਮਾਤਮਾ ਦਾ ਨਾਂ ਨਹੀਂ ਮੂੰਹੋਂ ਨਿਕਲਦਾ। ਇਹ ਹੁਣ ਜਿਹੜੇ ਲੇਟਿਆ ਹਾਏ ਹਾਏ ਕਰਨਾ ਵੀ ਕੋਈ ਛੁਟਕਾਰਾ ਤਾਂ ਹੈ, ਤੇ ਲੇਟਣਾ ਵੀ ਜਾਨ ਨਹੀਂ ਛੁੱਟਦੀ। ਹਾਂ, ਕੋਈ ਪਾਸੇ ਮਾਰ ਮਾਰ ਬੰਦਾ ਦੁਖੀ ਹੋ ਜਾਂਦਾ। ਕਿੰਨਾ ਕੁ ਲੇਟ ਲੂ, ਕਿੰਨਾ ਕੁ ਸੌ ਲੂ, ਇਹ ਵੀ ਬੜਾ ਔਖਾ ਆ। ਸੌਣ ਦਾ ਵੀ ਹਿਸਾਬ ਇਹੀ ਆ, ਨਹੀਂ ਤਾਂ ਹੱਡੀਆਂ ਸੂਤੀਆਂ ਵੀ ਦੁਖਣ ਲੱਗ ਪੈਂਦੀਆਂ। ਹੈਂ, ਕਈ ਹੁਣ ਮੰਜਿਆਂ ਦੇ ਪੈ ਬਿਮਾਰ ਆ, ਪਾਸੇ ਗਲ ਜਾਂਦੇ ਆ, ਉੱਤੇ ਹੀ ਗੰਦ ਪਿੱਲ ਨਿਕਲੀ ਜਾਂਦਾ। ਰੱਬ ਨਾ ਕਰੇ ਕਿਸੇ ਨਾਲ ਇਸ ਤਰ੍ਹਾਂ ਹੀ। ਹੁਣ ਬਹੁਤੇ ਲੋਕ ਸੰਗਤ ਤੋਂ ਐਵੇਂ ਟੁੱਟ ਜਾਂਦੇ। ਕੀ ਕਰੀਏ ਜੀ, ਬਿਮਾਰ ਆ, ਸਰੀਰ ਨਹੀਂ ਚੱਲਦਾ ਜੀ, ਦਰਦ ਨੂੰ ਹੋਰ ਗੋਲੀਆਂ ਖਾਈ ਜਾਂਦੇ, ਉਹਨਾਂ ਨੂੰ ਹੋਰ ਸਾਈਡ ਇਫੈਕਟ ਹੋਈ ਜਾਂਦੇ ਆ, ਅਤੇ ਗਾਂ ਦੇ ਗਾਂ ਹੋਰ ਰੋਗਾਂ ਦੇ ਰੋਗ ਗਾਂ ਤੇ ਗਾਂ ਨਿਕਲੀ ਆਉਂਦੇ। ਜਿੰਨਾ ਜ਼ਿਆਦਾ ਪੇਨ ਕਲਰ ਖਾਂਦੇ, ਉਹ ਬਿਮਾਰੀਆਂ ਹੋਰ ਗਾਂ ਤੇ ਗਾਂ ਨਿਕਲੀ ਆਉਂਦੀਆਂ। ਬਹੁਤੀ ਦੁਨੀਆ ਵਿੱਚ ਇੱਧਰ ਨੂੰ ਨਹੀਂ ਲੱਗਦੇ, ਨਾ ਸੇਵਾ ਵੱਲ ਨੂੰ, ਨਾ ਸਿਮਰਨ ਵੱਲ ਨੂੰ, ਨਾ ਸਤਸੰਗ ਵੱਲ ਨੂੰ। ਉਹ ਸਗੋਂ ਛੱਡ ਕੇ ਬਹਿ ਜਾਂਦੇ ਆ। ਜੇ ਲੱਗੇ ਰਹਿਣ ਸੰਗਤ, ਮਹਾਰਾਜ ਕਿਰਪਾ ਵੀ ਕਰ ਦਿੰਦੇ ਆ, ਬਖਸ਼ਿਸ਼ ਵੀ ਕਰਦੇ ਆ। ਪਾਪ ਪੁੰਨ ਕੀ ਸਾਰ ਨਾ ਜਾਣੀ, ਇਹਦੀ ਸਾਰ ਨਹੀਂ ਜਾਣਦੇ। ਦੂਜੇ ਲੱਗੀ ਭਰਮ ਭੁਲਾਣੇ, ਬਦ ਵੈਸ਼ ਭਾਵ 'ਚ ਲੱਗੇ ਆ ਅਗਿਆਨੀ ਜਿਹੜੇ ਆ। ਉਹਨਾਂ ਦੀ ਬੁੱਧੀ ਪਰਮਾਤਮਾ ਤੋਂ ਭਿੰਨ ਹੋ ਕੇ ਸੰਸਾਰ ਵੱਲ ਲੱਗੀ ਹੈ, ਭਰਮਾਂ ਵਿੱਚ ਭੁੱਲੇ ਹੋਏ। ਹਾਂਜੀ, ਅਗਿਆਨੀ ਅੰਧਾ ਮਗ ਨਾ ਜਾਣੇ। ਜਿਹੜੇ ਅਗਿਆਨੀ ਅੰਧੇ ਆ, ਉਹ ਗਿਆਨ ਰੂਪੀ ਨੇਤਰਾਂ ਤੋਂ ਰਹਿਤ ਆ। ਇਸ ਕਰਕੇ ਉਹ ਪਰਮਾਤਮਾ ਵਾਲਾ ਰਸਤਾ ਤਾਂ ਜਾਣਦੇ ਹੀ ਨਹੀਂ। ਪੁੱਠੇ ਪਾਸੇ ਦਿਨ ਰਾਤ ਤੁਰੇ ਜਾਂਦੇ ਆ, ਭੱਜੇ ਜਾਂਦੇ ਆ, ਇੱਧਰ ਨਹੀਂ ਤੁਰਦੇ ਹੈਗੇ। ਇਸ ਰਸਤੇ ਨੂੰ ਨਹੀਂ ਜਾਣਦੇ। ਇਸ ਰਸਤੇ ਤੁਰਨ ਨਾਲ ਕਲਿਆਣ ਹੋਏਗੀ, ਮੁਕਤੀ ਮਿਲੇਗੀ, ਕੋਈ ਪਾਪ ਕਰਮ ਕੱਟੇ ਜਾਣਗੇ। ਫਿਰ ਆਵਣ ਜਾਵਣ, ਫਿਰ ਕਹਿੰਦੇ ਵਾਰ ਵਾਰ ਜੰਮਦੇ ਆ, ਮਰਦੇ ਆ, ਆਉਂਦੇ ਆ, ਜਾਂਦੇ ਆ। ਉਹ 84 ਲੱਖ ਜੂਨਾਂ ਦਾ ਚੱਕਰ ਮੁੱਕਦਾ ਨਹੀਂ, ਕਿਉਂ ਜਿੰਨਾ ਚਿਰ ਮੁਕਤੀ ਨਹੀਂ ਨਾ ਹੁੰਦੀ। ਇਹ ਸਰੀਰ, ਇਹਨੂੰ ਕੋਈ ਨਾ ਕੋਈ ਮਿਲਦਾ ਹੀ ਰਹਿਣਾ। ਕੀੜਿਆਂ ਮਕੌੜਿਆਂ ਦਾ ਮਿਲੇ, ਪਸ਼ੂਆਂ ਪੰਛੀਆਂ ਦਾ ਮਿਲੇ, ਮਨੁੱਖਾਂ ਦਾ ਮਿਲੇ, ਕਿਸੇ ਦਾ ਮਿਲੇ। ਹਾਂਜੀ, ਉਹ ਇੱਕ ਸਰੀਰ 'ਚੋਂ ਨਿਕਲਦਾ। ਦੂਏ ਕਰਮਾਂ ਦੇ ਅਨੁਸਾਰ ਉਸ ਤਰ੍ਹਾਂ ਦੀਆਂ ਦੇਹਾਂ ਜਿਹੜੀਆਂ ਉਹ ਮਿਲਦੀਆਂ ਰਹਿੰਦੀਆਂ। ਜਿਹੋ ਜਿਹੇ ਕਰਮ ਕਰਦਾ, ਉਹੋ ਜਿਹੀਆਂ ਜੂਨੀਆਂ 'ਚ ਫਿਰ ਇਹ ਘੁੰਮੀ ਘੁਮਾਈ ਜਾਂਦਾ ਹੈ। ਹਾਂਜੀ, ਫਿਰ ਆਵਣ ਜਾਣਿਆ, ਪੁਨਾ ਪੁਨਾ ਬਾਰ ਬਾਰ ਜੰਮਦਾ, ਮਰਦਾ, ਆਉਂਦਾ, ਜਾਂਦਾ। ਹੁਣ ਗੁਰਮੁਖਾਂ ਦੀ ਦੱਸਦੇ ਵੀ ਮਨਮੁਖਾਂ ਦਾ ਤਾਂ ਇਹੋ ਜਿਹੇ ਕੰਮ ਆ। ਗੁਰਮੁਖ ਜਿਹੜੇ ਗੁਰ ਸੇਵਾ ਤੇ ਸਦਾ ਸੁਖ ਪਾਇਆ। ਗੁਰਮੁਖਾਂ ਨੇ ਸਤਿਗੁਰੂ ਦੀ ਸੇਵਾ ਕਰਨਾ, ਸਦਾ ਹੀ ਸੁਖ ਪਾਇਆ। ਹਰ ਵੇਲੇ ਸੇਵਾ 'ਚ ਹੀ ਬਿਰਤੀ ਲੱਗੀ ਰਹਿੰਦੀ। ਹਉਮੈ ਮੇਰਾ ਠਾਕ ਰਹਾ। ਫਿਰ ਹਉਮੈ ਤੇ ਮੇਰਾ ਜਿਹੜਾ ਸੰਕਲਪ ਸੀ ਨਾ, ਇਹ ਠਾਕ ਮੈਨੇ ਇਹਨੂੰ ਰੋਕ ਕੇ ਰੱਖਿਆ। ਕਿਉਂ ਮਨ ਦਾ ਸੁਭਾਅ ਹੈ ਨਾ ਦੌੜਨਾ ਆ। ਉਹ ਫਿਰ ਗੁਰੂ ਦੇ ਸ਼ਬਦ ਦੀ ਵਿਚਾਰਨਾ, ਸਿਮਰਨ ਕਰਨਾ, ਮਨ ਨੂੰ ਰੋਕ ਕੇ ਰੱਖਦੇ ਆ। ਪਹਿਲਾਂ ਤਾਂ ਮਿਹਨਤ ਕਰਨੀ ਪੈਂਦੀ, ਹੱਠ ਵੀ ਕਰਨਾ ਪੈਂਦਾ। ਜਿਹੜੇ ਬੈਠੋ ਨੀਂਦ ਆ ਜਾਊਗੀ, ਆਲਸ ਚਲੋ ਲਿਟ ਕੇ ਕਰਦੇ। ਜੇ ਲਿਟ ਗਿਆ ਬਸ ਫਿਰ ਨੀਂਦ ਆ ਗਈ, ਫਿਰ ਗਿਆ ਆਇਆ। ਹਾਂ, ਤੇ ਜਦੋਂ ਮਾਲਾ ਲਿਟ ਕੇ ਫੇਰੀ ਜਾਂਦੇ ਆ, ਫਿਰ ਨੀਂਦ ਆ ਜਾਂਦੀ। ਫਿਰ ਮਾਲਾ ਮੂਲਾ ਕਿੱਥੇ, ਉੱਥੇ ਫਿਰ ਥੋੜ੍ਹਾ ਜਿਹਾ ਹੱਠ ਧਾਰਨਾ ਪੈਂਦਾ। ਹਾਂਜੀ, ਹਉਮੈ ਮੇਰਾ ਠਾਕ ਰਹਾ। ਹਉਮੈ ਤੇ ਮੈਂ ਮੇਰੀ ਵੱਲੋਂ ਜਿਹੜੇ ਸੰਕਲਪ ਸੀ ਨਾ, ਉਹਨੇ ਫਿਰ ਉੱਧਰੋਂ ਰੋਕ ਕੇ ਰੱਖਿਆ। ਗੁਰ ਕੀ ਸਾਖੀ ਮਿਟਿਆ ਅੰਧਿਆਰਾ। ਜਿਹਨੂੰ ਗੁਰਾਂ ਦੀ ਸਿੱਖਿਆ ਲੈ ਲਈ ਨਾ, ਸਿੱਖ ਹੋਏ ਜਿਹਨੂੰ ਗੁਰੂ ਦੀ ਸਿੱਖਿਆ ਲਈ। ਜਿਹਦੇ ਕੋਲ ਗੁਰੂ ਦੀ ਸਿੱਖਿਆ ਨਹੀਂ, ਉਹ ਸਿੱਖ ਨਹੀਂ। ਭਾਵੇਂ ਉਹ ਸਿੱਖ ਕਹਾਈ ਜਾਏ, ਪਰ ਸਿੱਖ ਉਹ ਆ ਜਿਹਨੂੰ ਗੁਰੂ ਦੀ ਸਿੱਖਿਆ ਦੇ ਅਨੁਕੂਲ ਆਪਣਾ ਜੀਵਨ ਬਣਾ ਲਿਆ। ਕਿਉਂ ਸਿੱਖ ਦਾ ਕੰਮ ਹੀ ਆ ਸਿੱਖਣਾ। ਸ਼ੇਸ਼ ਕਹਿ ਦਿਓ, ਬਰੀਦ ਕਹਿ ਦਿਓ, ਗੱਲ ਇੱਕੋ ਹੀ ਆ। ਗੁਰ ਕੀ ਸਾਖੀ ਮਿਟਿਆ ਅੰਧਿਆਰਾ। ਗੁਰੂ ਦੀ ਸਿੱਖਿਆ ਲੈ ਲਈ, ਉਹ ਜਿਹੜਾ ਅਗਿਆਨ ਰੂਪੀ ਹਨੇਰਾ ਸੀ ਨਾ, ਉਹ ਫਿਰ ਮਿਟ ਗਿਆ। ਆਹ ਹਨੇਰਾ ਦੂਰ ਕਰਨ ਲਈ ਤੁਸੀਂ ਲਓ, ਦੀਵੇ ਆ ਗਏ, ਲਾਲਟਨਾਂ ਆ ਗਈਆਂ, ਗੈਸ ਆ ਗਏ, ਮੋਮਬੱਤੀਆਂ ਆ ਗਈਆਂ, ਤੇ ਬਿਜਲੀ ਆ ਗਈ। ਜਿੰਨੇ ਵਾਟ ਦਾ ਬਲਬ ਉਨਾ ਜ਼ਿਆਦਾ ਪ੍ਰਕਾਸ਼। ਪਰ ਫਿਰ ਕਿਤਾਬੀ ਗਿਆਨ ਦੁਆਰਾ ਬੜਾ ਹੋ ਗਿਆ, ਬੁੱਧੀ ਦਾ ਚਾਕੂ ਬੜਾ ਤੇਜ਼ ਕਰ ਲਿਆ। ਜਿਹੜਾ ਅਗਿਆਨਤਾ ਦਾ ਹਨੇਰਾ ਉਹ ਮਿਲਾਉਵੇਂ ਬਣਿਆ।
ਉਵੇਂ ਬਣਿਆ। ਪੜ੍ਹੇ ਲਿਖੇ ਵੀ ਠੋਕਰਾਂ ਖਾਈ ਜਾਂਦੇ, ਅਨਪੜ੍ਹ ਵੀ ਖਾਈ ਜਾਂਦੇ ਆ, ਕਿਉਂਕਿ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਨਾ ਹੋਇਆ। ਉਹ ਕਦੋਂ ਹੁੰਦਾ? ਗੁਰ ਸਾਖੀ ਮਿਟਿਆ ਹੁੰਦਾ। ਗੁਰੂ ਦੀ ਸਾਖੀ ਸਿੱਖਿਆ ਧਾਰ ਲਈਏ ਨਾ, ਅਗਿਆਨਤਾ ਦਾ ਹਨੇਰਾ ਦੂਰ ਹੁੰਦਾ। ਬਜਰ ਕਪਾਟ ਖੁੱਲਾ ਬਣਿਆ। ਕਹਿੰਦੇ ਬਜਰ ਦੀ ਨਿਆਏ, ਇਹ ਜਿਹੜੇ ਜੜਤਾ ਰੂਪੀ ਪੰਜ ਕੋਸ਼ਾਂ ਦੇ ਕਪਾਟ, ਹਾਂਜੀ, ਤਖਤੇ ਉਹ ਖੁੱਲ੍ਹ ਜਾਂਦੇ ਆ, ਪੜਦੇ ਦੂਰ ਹੋ ਜਾਂਦੇ। ਅੰਨ ਮੈਂ ਕੋਸ਼ ਹੈ, ਮਨੋ ਮੈਂ, ਪ੍ਰਾਣ ਮੈਂ, ਵਿਗਿਆਨ ਮੈਂ, ਆਨੰਦ ਮੈਂ, ਇਹ ਪੜਦੇ ਆ ਨਾ ਆਤਮੰਦ ਵਾਲੇ। ਜੇ ਹੁਣ ਦਰਵਾਜ਼ਾ ਬੰਦ ਹੈ ਅੰਦਰ, ਕੀ ਪਤਾ ਕੀ ਆ, ਜਿੱਲੇ ਜਾਂਦਾ ਖੁੱਲ੍ਹ ਕੇ ਤਾਂ ਪਤਾ ਲੱਗ ਜੂ ਕੀ ਆ। ਇਸ ਤਰ੍ਹਾਂ ਜਿੰਨਾ ਚਿਰ ਪੜਦੇ ਲੱਗੇ ਹੋਏ ਆ, ਉਹਨਾਂ ਚਿਰ ਪਤਾ ਹੀ ਨਹੀਂ ਅੰਦਰ ਕੀ ਆ। ਇਹਨਾਂ ਦੇ ਖੋਲ੍ਹਣ ਲਈ ਫਿਰ ਕੁੰਜੀ ਗੁਰੂ ਕੋਲ ਆ, ਅਤੇ ਫਿਰ ਇਹ, ਹਾਂਜੀ, ਮਿਹਨਤ ਕਰਨੀ ਪੈਂਦੀ ਹੈ, ਫਿਰ ਇਹ ਖੁੱਲ੍ਹਦੇ ਆ। ਗੁਰ ਸਾਖੀ ਮਿਟਿਆ ਅੰਧਿਆਰਾ, ਬੱਜਰ ਕਪਾਟ ਖੁੱਲ੍ਹਾ ਬਣਿਆ। ਬੱਜਰ ਮੈਂ ਨਹੀਂ ਹੁੰਦਾ ਹੀਰਾ, ਉਹ ਪੱਕਾ ਬਹੁਤ ਹੈ ਨਾ, ਥੋੜ੍ਹੇ ਨਾਲ ਵੀ ਟੁੱਟਦਾ ਨਹੀਂ, ਜਿੰਨਾ ਮਰਜ਼ੀ ਮਾਰੋ। ਇੰਨੇ ਇਸ ਤਰ੍ਹਾਂ ਜਿਹੜੇ ਪੜ੍ਹਦੇ ਵੀ ਇੰਨੇ ਕਠੋਰ ਆ, ਇਹ ਸੌਖਿਆਂ ਨਹੀਂ ਟੁੱਟਦੇ, ਇਹਨਾਂ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ। ਪੰਜ ਕੋਸ਼ਾਂ ਰੂਪੀ ਕਪਾਟ ਜਿਹੜੇ ਤਖਤੇ ਆ, ਉਹ ਕਹਿੰਦੇ ਖੁੱਲ੍ਹ ਗਏ। ਹਉਮੈ ਮਾਰ ਮਨ ਵਸਾਇਆ, ਜਿਹਨੇ ਕਹਿੰਦੇ ਹਉਮੈ ਹੰਕਾਰ ਨੂੰ ਮਰ ਲਿਆ, ਉਹਨੇ ਪਰਮਾਤਮਾ ਨੂੰ ਮਨ 'ਚ ਵਸਾ ਲਿਆ। ਗੁਰ ਕੀ ਚਰਣੀ ਸਦਾ ਚਿਤ ਲਾਇਆ। ਉਹਨਾਂ ਗੁਰਮੁਖਾਂ ਨੇ ਹਮੇਸ਼ਾ ਸਤਿਗੁਰੂ ਦੇ ਚਰਨਾਂ ਵਿੱਚ ਚਿੱਤ ਦੀ ਬਿਰਤੀ ਨੂੰ ਲਾਇਆ। ਉਹਨਾਂ ਨੂੰ ਪਤਾ ਲੱਗ ਗਿਆ ਨਾ, ਸਮੇਂ ਦੀ ਕਦਰ ਕਰਦੇ, ਫਿਰ ਆਪਣਾ ਸਵਾਸ ਵਿਅਰਥ ਨਹੀਂ ਉਗਾਉਂਦੇ। ਸਾਸ ਵੀ ਗਰਾਸ ਵੀ ਦਿਨ ਰਾਤ ਲੱਗੇ ਰਹਿੰਦੇ, ਅਤੇ ਆਮ ਫੁਟਕਲ ਕਿਰਿਆ ਜਿਹੜੀ ਹੈ ਇਹਨੂੰ ਤਿਆਗ ਦਿੰਦੇ ਆ। ਹਾਂਜੀ, ਸੇਵਾ ਕਰਦੇ ਵੀ, ਸਿਮਰਨ, ਹਾਂਜੀ, ਊਠ ਬੈਠ ਸੋਵਤ ਨਾਮ, ਕੌਣ ਨਾਨਕ ਜਨ ਕੈ ਸਦਕਾਮ, ਇੱਧਰ ਲੱਗੇ ਰਹਿੰਦੇ। ਅਤੇ ਬਹੁਤਾ ਕੂੜਾ ਕਬਾੜਾ ਇਕੱਠਾ ਨਹੀਂ ਕਰਦੇ, ਬਹੁਤੀ ਸਿਰਦਰਦੀ ਬਣਾਉਂਦੇ ਨਹੀਂ, ਨਿਰਲੇਪ ਅਵਸਥਾ 'ਚ ਰਹਿੰਦੇ ਆ। ਹਾਂਜੀ, ਇਸ ਵਾਸਤੇ ਕਹਿੰਦੇ ਫਿਰ ਉਹ ਗੁਰੂ ਦੇ ਚਰਨਾਂ ਨਾਲ ਚਿੱਤ ਦੀ ਬਿਰਤੀ ਨੂੰ ਨਹੀਂ ਲਾਇਆ ਹੋਇਆ। ਜਦੋਂ ਵੀ ਮਿਲਦਾ ਇਕਾਂਤ 'ਚ ਬਹਿ ਕੇ ਅਤੇ ਮਹਾਰਾਜ ਚਰਨਾਂ ਵੱਲ ਧਿਆਨ ਕਰਦੇ ਆ, ਸਿਮਰਨ ਕਰਦੇ ਆ, ਕਿਉਂਕਿ ਜਿਹੜੀ ਏਕਤਾ ਦੀ ਕਥਾ ਵਾਰਤਾ ਆ ਜਾਂ ਬਰਾਗ ਵਾਲਾ ਕੀਰਤਨ ਹੈ, ਉਹ ਮਨ 'ਚ ਛੇਤੀ ਲੱਗ ਜਾਂਦਾ, ਸੌਖਾ ਲੱਗ ਜਾਂਦਾ। ਅਤੇ ਸੇਵਾ 'ਚ ਵੀ, ਸੇਵਾ ਕਰਨਾ ਸਰੀਰ ਦੀ ਐਕਸਰਸਾਈਜ਼ ਕੁਦਰਤੀ ਹੁੰਦੀ ਰਹਿੰਦੀ ਹੈ। ਉਹ ਚੇਚੀ ਐਕਸਰਸਾਈਜ਼ ਨਹੀਂ ਕਰਨੀ ਪੈਂਦੀ, ਕੁਦਰਤੀ ਹੁੰਦੀ ਹੈ। ਉਹਨਾਂ ਤਨ ਵੀ ਤੰਦਰੁਸਤ ਰਹਿੰਦਾ, ਅਤੇ ਜਿਹੜਾ ਅਭਿਆਸ ਕਰਨਾ ਹੈ ਮਨ ਦੀ ਐਕਸਰਸਾਈਜ਼, ਮਨ ਵੀ ਸਿਮਰਨ ਕਰਨਾ ਤੰਦਰੁਸਤ ਰਹਿੰਦਾ ਹੈ। ਇਸ ਵਾਸਤੇ ਉਹ ਫਿਰ ਇਸ ਤਰ੍ਹਾਂ ਲੱਗੇ ਰਹਿੰਦੇ ਆ। ਹੁਣ ਯੋਗਾ ਕਰਦੇ ਆ, ਉਹ ਯੋਗਾ ਕਰਦੇ ਕਰਦੇ ਨਾਮ ਜਪੀ ਜਾਂਦੇ ਆ, ਉਹ ਨਾਲ ਐਕਸਰਸਾਈਜ਼ ਕਰੀ ਜਾਂਦੇ ਆ, ਨਾਲ ਭਜਨ। ਅਤੇ ਜਿਹੜੇ ਸੇਵਾ ਕਰਦੇ ਆ, ਲੰਗਰ ਦੀ ਸੇਵਾ, ਹੋਰ ਸੇਵਾ ਹੈਗੀਆਂ, ਹਾਂਜੀ, ਉਹਨਾਂ ਨੂੰ ਕੁਦਰਤੀ ਐਕਸਰਸਾਈਜ਼ ਹੋਈ ਜਾਂਦੀ ਹੈ। ਅਤੇ ਗੁਰੂ ਦੇ ਚਰਨਾਂ ਵਿੱਚ ਚਿੱਤ ਦੀ ਬਿਰਤੀ ਲਾ ਕੇ ਰੱਖਦੇ ਆ, ਕਿਉਂਕਿ ਥੋੜ੍ਹਾ ਜਿਹਾ ਮਨ ਨੂੰ ਵਿਹਲਾ ਛੱਡ ਦਿਓ ਨਾ, ਇਹ ਮਾੜੇ ਪਾਸੇ ਇੱਕਦਮ ਦੌੜ ਜਾਂਦਾ। ਹਾਂਜੀ, ਜਿਵੇਂ ਮੱਖੀ ਗੰਦ ਵੱਲ ਦੌੜਦੀ ਨਾ, ਇਹ ਉੱਧਰ ਨੂੰ ਤਾਂ ਛੇਤੀ ਜਾਂਦਾ, ਚੰਗੇ ਪਾਸੇ ਲੈਮ ਨਹੀਂ ਲੱਗਦਾ। ਐਸਾ ਭੈੜਾ ਬਾਣੀ ਪੜ੍ਹਨ ਲੱਗ ਪਓ, ਵਿੱਚ ਨਹੀਂ ਟਿਕੂ, ਹੋਰ ਪਾਸੇ ਘੁੰਮੀ ਜਾਊਗਾ। ਗੁਰ ਕਿਰਪਾ ਤੇ ਮਨ ਤਨ ਨਿਰਮਲ, ਕਹਿੰਦੇ ਫੇਰ ਕਿਵੇਂ ਹੋਏ? ਕਹਿੰਦੇ ਨਾਲ ਗੁਰੂ ਦੀ ਕਿਰਪਾ ਲਈ ਅਰਦਾਸ ਕਰੇ ਵੀ ਪਾਤਸ਼ਾਹ ਤੁਸੀਂ ਵੀ ਕਿਰਪਾ ਕਰ ਦਿਓ। ਉਹਨਾਂ ਦੀ ਕਿਰਪਾ ਨਾਲ ਮਨ ਵੀ ਤਨ ਵੀ ਨਿਰਮਲ ਹੋ ਜਾਂਦਾ। ਗੁਰੂ ਦੀ ਸੇਵਾ ਨਾਲ ਤਨ ਨਿਰਮਲ ਹੁੰਦਾ। ਗੁਰੂ ਦੀ ਬਾਣੀ ਨਾਮ ਦਾ ਅਭਿਆਸ ਕਰਨਾ, ਗੁਰੂ ਦੀ ਬਾਣੀ ਦੀ ਵਿਚਾਰ ਲੈਣ ਨਾਲ ਮਨ ਨਿਰਮਲ ਹੁੰਦਾ ਹੈ, ਅਤੇ ਰਸਨਾ ਪਵਿੱਤਰ ਹੁੰਦੀ ਹੈ ਨਾਮ ਜਪ ਕੇ, ਕੰਨ ਬਾਣੀ ਸੁਣ ਕੇ, ਅੱਖਾਂ ਗੁਰੂ ਦੇ ਦਰਸ਼ਨ, ਪੈਰ ਧਰਮ ਮਾਰਗ ਚੱਲ ਕੇ, ਹੱਥ ਸੇਵਾ ਕਰਕੇ। ਇਹ ਸਾਰੇ ਸਾਧਨ ਹੈਗੇ। ਨਿਰਮਲ ਨਾਮ ਧਿਆਵਣਿਆ, ਅਤੇ ਜਿਹੜਾ ਨਿਰਮਲ ਨਾਮ ਹੈ ਨਾ, ਉਹਨੂੰ ਧਿਆਉਂਦੇ। ਨਾਮ ਮੈਲੇ ਵੀ ਆ। ਹੁਣ ਚੋਰ ਦਾ ਨਾਮ ਜਪੋਗੇ, ਇਹ ਮੈਲਾ ਨਾਂ ਆ ਨਾ, ਜਾ ਰਿਹਾ, ਇਹ ਵੀ ਮੈਲਾ ਆ। ਹਾਂਜੀ, ਅਤੇ ਹੁਣ ਦੁਨਿਆਵੀ ਤੌਰ 'ਤੇ ਲੈ ਲਈਏ, ਮਾਤਾ ਦਾ ਨਾਮ ਬੜਾ ਪਵਿੱਤਰ ਆ, ਪਿਤਾ ਦਾ ਪਵਿੱਤਰ ਆ, ਭਰਾ ਦਾ, ਧੀ ਦਾ ਪਵਿੱਤਰ ਆ। ਇੱਥੇ ਮਨ 'ਚ ਫੁਰਨਾ ਮਾੜਾ ਨਹੀਂ ਨਾ ਹੁੰਦਾ।
ਤੇ ਜਿਹੜਾ ਗੁਰੂ ਆ ਉਹਦਾ ਤਾਂ ਫਿਰ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਬੰਧੂ ਸਹੋਦਰਾ, ਹਾਂਜੀ, ਇਹ ਤਾਂ ਦੁਨਿਆਵੀ ਹੈ। ਤੇ ਇਹਨਾਂ ਦੇ ਧਿਆਨ ਨਾਲ ਦੁਨਿਆਵੀ ਤੌਰ ਤੇ ਵਿਹਾਰ ਵਿੱਚ ਸੁਰਤੀ ਜਾਊਗੀ, ਤੇ ਗੁਰੂ ਦਾ ਧਿਆਨ ਕਰਨੇ ਨਾਲ ਸੁਰਤੀ ਪਰਮਾਰਥ ਵੱਲ ਜਾਊਗੀ। ਇਸ ਕਰਕੇ ਉਹਨਾਂ ਦਾ ਧਿਆਨ ਕਰਨਾ ਮਨ ਪੂਰਾ ਸ਼ੁੱਧ ਨਹੀਂ ਹੁੰਦਾ, ਗੁਰੂ ਦਾ ਧਿਆਨ ਕਰਨਾ ਪੂਰਾ ਸ਼ੁੱਧ ਹੁੰਦਾ। ਆਖਰ ਉਹ ਵੀ ਪਵਿੱਤਰ ਆ ਦੁਨਿਆਵੀ ਤੌਰ ਤੇ, ਪਰ ਉਹ ਮੁਕਤੀ ਦੇਣ ਵਾਲੇ ਨੇ। ਜਿਹੜਾ ਗੁਰੂ ਦਾ ਧਿਆਨ ਆ, ਗੁਰੂ ਦਾ ਨਾਮ ਆ, ਇਹ ਮੁਕਤੀ ਦੇਣ ਵਾਲਾ ਹੈ। ਉੱਥੇ ਮੋਹ ਮਮਤਾ, ਤੇ ਇੱਥੇ ਮੋਹ ਤੋੜ ਕੇ ਮਹਾਰਾਜ ਪਰਮਾਤਮਾ ਨਾਲ ਸੁਰਤੀ ਜੋੜਦਾ। ਤੇ ਇਸ ਕਰਕੇ ਫਿਰ ਇਹ ਥੋੜਾ ਫਰਕ ਹੈਗਾ। ਹਾਂਜੀ, ਹੁਣ ਮਾਤਾ ਪੁੱਤ ਦੇ ਸੇਵਾ ਕਰਦੀ ਹੈ, ਹੁੰਦਾ ਵੀ ਬੜਾ ਹੋ ਮੇਰੀ ਸੇਵਾ ਗੁਰੂ। ਹਾਂਜੀ, ਤੇ ਨਿਆਣੇ ਆ ਮਾਂ ਪਿਓ ਕਰਦੇ ਆ, ਥੋੜਾ ਥੋੜਾ ਸਵਾਰਥ ਹੈਗਾ ਨਾ। ਪਰ ਜਿਹੜਾ ਗੁਰੂ ਹੈ ਪਰਮਾਰਥ ਹੈ ਪਰਮੇਸ਼ਰ ਦੀ। ਗੁਰ ਕਿਰਪਾ ਤੇ ਤਨ ਮਨ ਨਿਰਮਲ, ਨਿਰਮਲ ਨਾਮ ਧਿਆਵਣੇ, ਔਰ ਨਿਰਮਲ ਨਾਮ ਨੂੰ ਧਿਆਉਂਦੇ ਹਨ। ਜੀਵਨ ਮਰਨਾ ਸਭ ਤੁਧੈ ਤਾਈਂ, ਕਹਿੰਦੇ ਇਹ ਪਰਮੇਸ਼ਰਾ ਜੀਣਾ ਮਰਨਾ ਇਹ ਅਸੀਂ ਤੈਨੂੰ ਸੌਂਪ ਦਿੱਤਾ। ਸਾਡਾ ਜੰਮਣਾ ਵੀ, ਸਾਡਾ ਰਹਿਣਾ ਵੀ, ਸਾਡਾ ਮਰਨਾ ਵੀ ਤੈਨੂੰ ਸਮਰਪਿਤ ਹੈ। ਜਦੋਂ ਉਹਨੂੰ ਸਮਰਪਿਤ ਕਰ ਦਿਓ ਫਿਰ ਰੌਲਾ ਹੀ ਮੁੱਕ ਜਾਂਦਾ। ਜਦੋਂ ਬੰਦਾ ਆਪਣੀ ਮਿਹਰ ਕਰਦਾ ਤਾਂ ਹੀ ਨਾ। ਅਜੇ ਕਹਿੰਦੇ ਮੈਨੂੰ ਇਹਨੇ ਉਹ ਕਹਿਤਾ, ਜਦੋਂ ਕਹਿਤਾ ਮੈਂ ਉਹਦਾ ਹਾਂ, ਫਿਰ ਕਿਵੇਂ ਕਹੂਗਾ ਮੈਨੂੰ ਫਲਾਣੇ ਨੇ ਕਹਿਤਾ। ਹਾਂਜੀ, ਫਿਰ ਤਾਂ ਭਾਈ ਮਨੀ ਬੰਦ ਕੱਟੀ ਜਾਂਦੇ, ਕੀਤਾ ਹੀ ਨਹੀਂ ਵੀ ਸਾਡੇ ਬੰਦ ਕੱਟਦਾ ਹੋਵੇ। ਖੱਲਾਂ ਲਾਤੀਆਂ ਪੁੱਠੀਆਂ, ਫਿਰ ਅਬ ਨਹੀਂ ਆ ਜਬੂਰਾਂ ਮਾਹ ਵਿੱਚ ਉਹ ਦੇਹ ਅਧਿਆਸ ਤੋਂ ਇੰਨੇ ਉੱਪਰ ਉੱਠ ਗਿਆ। ਤੇ ਜੇ ਕਿ ਮੇਰਾ ਸਰੀਰ ਫਿਰ ਹੁੰਦਾ ਮੈਨੂੰ ਦੁੱਖ ਦੇ ਰਿਹਾ, ਮੈਨੂੰ ਇਉਂ ਕਰ ਰਿਹਾ ਕਿ ਨਹੀਂ। ਪਰ ਉਹ ਦੇਖ ਲਓ ਕਿੱਡੇ ਆਤਮਾ ਗਿਆਨੀ ਆ, ਕਿ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਕਿੰਨਾ ਆਨੰਦ ਸਰੂਪ 'ਚ ਹੀ ਹੈ। ਉਹ ਕਹਿੰਦੇ ਸਾਰਾ ਉਹਨੂੰ ਹੀ ਸੌਂਪ ਦਿੱਤਾ, ਇਹ ਸਰੀਰ ਉਹਨੂੰ ਜਿਵੇਂ ਹੁੰਦਾ ਹੋਈ ਜੇ। ਜੀਵਨ ਮਰਨਾ ਸਭ ਤੋਂ ਨਹੀਂ, ਸਾਰਾ ਤੇਰੇ ਤਾਈਂ ਹੈ। ਜਿਸ ਬਖਸ਼ੇ ਤੇ ਵਡਿਆਈ, ਜਿਹਨੂੰ ਉਹ ਬਖਸ਼ਦਾ ਉਹਨੂੰ ਇਹ ਵਡਿਆਈ ਦਿੰਦਾ। ਇਸ ਵਾਸਤੇ ਕਹਿੰਦੇ ਜਦ ਤੇ ਅਸੀਂ ਜੀਂਦੇ ਹਾਂ ਮਰਨ ਤੱਕ ਤੇਰਾ ਸਿਮਰਨ ਕਰਾਂਗੇ, ਕਿਉਂਕਿ ਜਨਮ ਤੋਂ ਮਰਨ ਤੱਕ ਇੱਕ ਸੁਨਹਿਰੀ ਸਮਾਂ ਦਿੱਤਾ ਰੱਬ ਨੇ। ਇਹ ਦਰਮਿਆਨ ਜਿਹੜਾ ਸੇਵਾ ਤੇ ਸਿਮਰਨ ਲਈ ਸਮਾਂ ਮਿਲਿਆ ਆ, ਜਨਮ ਤੋਂ ਲੈ ਕੇ ਮਰਨ ਤਾਈਂ। ਅਸੀਂ ਜਨਮ ਤੋਂ ਮਰਨ ਤਾਈਂ ਕੀ ਕਰਦੇ ਹਾਂ? ਕੋਈ ਸੌ ਕੇ ਗੁਜ਼ਾਰ ਲਿਆ, ਕੋਈ ਘੁੰਮ ਫਿਰ ਕੇ, ਕੋਈ ਗੱਪ ਗਪੋੜੇ, ਕੋਈ ਨਿੰਦਿਆ ਚੁਗਲੀ, ਕੋਈ ਦੁਨੀਆ ਦੇ ਬਿਹਾਰਾਂ 'ਚ ਮੇਲਿਆਂ 'ਚ ਗੁਜ਼ਾਰ ਲਿਆ। ਜਿੱਥੇ ਖੜ੍ਹ ਗਿਆ ਖੁੰਡ ਪਾਲਟੀ 'ਚ ਉੱਥੇ ਘੰਟਿਆਂ ਬੱਧੀ ਸਮਾਂ ਨਸ਼ਟ ਕਰ ਲਿਆ। ਸੰਸਾਰ ਤਾਂ ਇਹੀ ਕੁਛ ਆ, ਜਿੱਥੇ ਬਹਿਣਗੇ ਕਿਸੇ ਦੀ ਨਿੰਦਿਆ, ਕਿਸੇ ਦੀ ਉਸ ਤੋਂ ਆਹ ਵੀ ਕੁਛ ਹੁੰਦਾ, ਜਾਂ ਵਿੱਚ ਅਗਾਰਾ ਹੀ ਦੇ ਜਾਊਗਾ, ਆਹ ਹੀ ਕੁਛ ਹੈ ਨਾ। ਪਰ ਉਹ ਜਿਹੜੇ ਆ ਉਹ ਨਹੀਂ ਫਿਰ ਟਾਈਮ ਟੇਬਲ ਬਣਾ ਲਿਆ ਸਾਰਾ। ਸਮੇਂ ਨਾਲ ਉੱਠਣਾ, ਇਸ਼ਨਾਨ ਕਰਨਾ, ਬਾਣੀ ਪਾਣੀ, ਨਾਮ ਜਪਣਾ, ਸਤਸੰਗ ਕਥਾ ਕੀਰਤਨ, ਆਪਣਾ ਉਪਜੀਵਕਾ ਲਈ ਕੋਈ ਬਿਹਾਰ ਕਰਨਾ। ਬਿਹਾਰ ਕਰਦੇ ਵੀ ਜ਼ਿਆਦਾ ਸੁਰਤੀ ਵਿਰਤੀ ਇੱਧਰ ਹੀ ਰੱਖਦੇ ਆ। ਇਸ ਵਾਸਤੇ ਜੀਵਨ ਮਰਨਾ ਸਭ ਦੁੱਧੇ ਤਾਈਂ, ਸਾਰਾ ਕਹਿੰਦੇ ਤੇਰੇ ਤਾਈਂ ਅਰਪਣ ਕਰਦਾ। ਜਿਸ ਬਖਸ਼ੇ ਤੇ ਦੇ ਵਡਿਆਈ, ਜਿਹਨੂੰ ਕਹਿੰਦੇ ਤੁਸੀਂ ਬਖਸ਼ਣਾ ਚਾਹੁੰਦੇ ਆ ਨਾ, ਉਹਨੂੰ ਨਾਮ ਦੀ ਵਡਿਆਈ ਦਿੰਦੇ ਆ। ਹੁਣ ਨਾਮ ਕਹਿੰਦੇ ਵੀ ਜਪੋ, ਹੁਣ ਸਾਰੇ ਤਾਂ ਜਪਦੇ ਨੇ, ਨਾ ਜਪੇ ਹੁੰਦਾ ਸਾਰਿਆਂ ਤੋਂ। ਜੀ ਤੂੰ ਮਿਹਰ ਕਰੇ ਉਹੋ ਹੀ ਆ, ਨਹੀਂ ਤਾਂ ਮਨ ਆਲਸੇ ਕਰੀ ਜਾਂਦਾ। ਜੇ ਕਹੀਏ ਵੀ ਗੁਰਦੁਆਰਿਆਂ ਜਾ ਕੇ ਜਪੀ ਜਾਂਦੇ ਆ, ਗੁਰਦੁਆਰਿਆਂ 'ਚ ਵੀ ਆਪਣੀ ਉਪਜੀਵਕਾ ਵਾਸਤੇ ਬਹੁਤੇ, ਚਲੋ ਕੀਰਤਨ ਕਰ ਲਿਆ, ਗ੍ਰੰਥੀ ਹੋ ਗਿਆ ਜਾਂ ਮੁਲਾਜ਼ਮ ਬਣ ਗਿਆ। ਹਾਂਜੀ, ਉਹ ਸਿਰਫ ਆਪਣੇ ਪੇਟ ਵਾਸਤੇ ਤਾਂ ਹੈ, ਕਲਿਆਣ ਵਾਸਤੇ ਨਹੀਂ। ਤੇ ਚਲੋ ਜੇ ਰੱਬ ਨੇ ਸੇਵਾ ਦਿੱਤੀ ਹੈ, ਉਪਜੀਵਕਾ ਵੀ ਮਿਲਦੀ ਹੈ, ਫਿਰ ਤਾਂ ਸਗੋਂ ਜ਼ਿਆਦਾ ਜਪਣਾ ਚਾਹੀਦਾ। ਫਿਰ ਗੁਰੂ ਘਰ 'ਚੋਂ ਸਾਡੀ ਦੁਨਿਆਵੀ ਭੁੱਖ ਵੀ ਮਿਟਦੀ ਆ, ਪਰ ਇੱਧਰ ਮਨ ਜਾਂਦਾ ਨਹੀਂ। ਬਿਰਲੇ ਹੈਗੇ ਆ ਵੀ ਜਿਹੜੇ ਕਰਦੇ ਆ, ਨਹੀਂ ਤਾਂ ਆਮ ਇੱਥੇ ਤਾਂ ਸੀਮਤ ਆ। ਭੋਗ ਪੈ ਗਿਆ ਤੇ 3 ਦਿਨ ਤਾਂ ਬੜਾ ਹੀ ਕਾਂ ਲਾ ਪਾਠ ਕਰਦੇ ਰਹੇ, ਪੈਸੇ ਬਣਨ ਤੇ ਫਿਰ ਚਿੱਤਰੋ ਚਿੱਤਰੀ ਵੀ ਹੁੰਦੇ ਕਈ ਵਾਰੀ। ਤੇ ਜੇ ਕੋਈ ਮਰੇ ਦਾ ਪਾਠ ਹੋਵੇ ਫਿਰ ਤਾਂ ਜ਼ਿਆਦਾ ਹੁੰਦਾ, ਫਿਰ ਭਾਂਡੇ ਚੜੇ, ਬਿਸਤਰਾ ਚੜੇ, ਹੁਣ ਕਿਵੇਂ ਵੰਡੀਏ ਇਹਨੂੰ। ਉਹ ਇੱਥੇ ਭੋਗ ਪਿਆ ਤੇ ਹਾਂਜੀ ਉਹ ਸ਼ਹੀਦਾਂ ਦਾ ਪਾਠ ਸੀ, ਤੇ ਬਾਕੀ ਕੱਪੜੇ ਦਿੱਤੇ ਉਹਨੂੰ, ਤੇ ਉਹਦਾ ਵੰਡੇ ਗਿਆ ਤੇ ਜੋੜਾ ਇੱਕ ਸੀ। ਉਹ ਇੱਕ ਮੈਨੂੰ ਦਿਓ ਦੁਆ, ਮੈਨੂੰ ਜੁੱਤੀ ਸੋਹਣੀ ਸੀ। ਹਾਂਜੀ, ਉਹ ਇੱਕ ਪਾਠੀ ਜਿਹੜਾ ਉਹ ਲੈ ਗਿਆ, ਉਹ ਦੂਆਂ ਕਿਹਾ ਵੀ ਇਹ ਇਕੱਲਾ ਹੀ ਲੈ ਗਿਆ।
ਉਹਦੇ ਫੁੱਟ-ਫੁੱਟੀ 'ਚ ਮਾਰੀ ਡਾਂਗ, ਉਹਦੇ 12 ਟਾਂਕੇ ਲੱਗੇ, ਠਾਣੋ ਠਾਣੀ ਹੋਏ। ਤੇ ਉਹ ਸ਼ਹੀਦਾਂ ਦਾ ਹੈਗਾ ਸੀ। ਉਹ ਇਸ ਕਰਕੇ ਵੀ ਕਈ ਵਾਰੀ ਫੇਮ ਵੀ ਹੋ ਜਾਂਦਾ ਇਹਨਾਂ ਦਾ। ਇਸੇ ਤਰ੍ਹਾਂ ਜਥੇ ਆ ਜਿਹੜੇ, ਇਹਨਾਂ ਦੀ ਜਦੋਂ ਜਥਾ ਟੁੱਟਦਾ ਲੜਾਈ ਮਾਇਆ ਤੋਂ ਹੀ ਹੁੰਦੀ ਆ। ਕਿ ਜਿਹੜਾ ਮੁਖੀ ਆ ਵੀ ਉਹ ਜ਼ਿਆਦਾ ਲੈ ਗਿਆ, ਸਾਨੂੰ ਦਿੱਤਾ ਨਹੀਂ। ਤੇ ਜੇ ਮਾਇਆ ਦਾ ਨਾ ਹੋਵੇ, ਵੰਡ ਸਹੀ ਹੋਵੇ, ਫਿਰ ਜਥਾ ਘੱਟੇ ਟੁੱਟਦਾ। ਨਹੀਂ ਤਾਂ ਆਮ 5-6 ਮਹੀਨੇ ਜਥਾ ਕੋਈ ਵਿਰਲਾ ਹੀ ਰਹਿੰਦਾ। ਕਈ ਜਥੇ ਆਪਣੇ ਭਰਾਵਾਂ ਨੇ ਬਣਾਏ ਹੋਏ ਸੀ। ਅੱਛਾ, ਮਾਇਆ ਵਿੱਚ ਉਹ ਭਰਾਵਾਂ 'ਚ ਵੀ ਫਰਕ ਆ ਗਿਆ। ਉਹ ਨਹੀਂ ਫਿਰ ਜੋਦੀ ਉਹਦੇ ਬਣਾ ਲਿਆ, ਆਪੋ ਬਣੇ ਨਾ, ਉਹੀ ਵਰਤੀ ਜਾਂਦੇ ਆ ਜਿਹੜਾ ਰੱਖਿਆ ਸੀ। ਤੇ ਨਾ ਉਹ ਵੱਡੇ ਤੋਂ ਵੱਡਾ ਕੋਈ ਨਾ ਕੋਈ ਰੱਖ ਲੈਂਦੇ ਆ। ਸ਼ਹਿਰਾਂ ਦੇ ਵੱਡੇ ਨਾਂ ਰੱਖ ਲੈਂਦੇ ਆ। ਜਾਂ ਫਿਰ ਚਲੇ ਗਏ, ਫਿਰ ਸਾਬਕਾ ਫਲਾਣੇ ਸਥਾਨ ਦੇ, ਫਿਰ ਸਾਬਕਾ ਲੈ ਜਾਂਦੇ ਆ। ਉਹ ਗੁਰੂ ਘਰ ਦੀ ਫਿਰ ਵਡਿਆਈ ਜ਼ਿਆਦਾ ਹੁੰਦੀ ਨਾ। ਤੇ ਇਸ ਤਰ੍ਹਾਂ ਹੈਗਾ। ਪਰ ਜਿਹੜੇ ਕਹਿੰਦੇ ਫਿਰ ਗੁਰਮੁਖ ਆ, ਕਹਿੰਦੇ ਜਿਹਨੂੰ ਉਹ ਵਡਿਆਈ ਬਖਸ਼ਦਾ ਨਾ, ਜਿਸ ਬਖਸ਼ੇ ਤਿਸ ਦੇ ਵਡਿਆਈ। ਜਿਹਨੂੰ ਬਖਸ਼ਿਸ਼ ਕਰਦਾ ਨਾ, ਉਹਨੂੰ ਨਾਮ ਜਪਣ ਦੀ ਵਡਿਆਈ ਦਿੰਦਾ। ਜਿਹੜੇ ਬਾਬਾ ਜਵੰਦ ਸਿੰਘ ਸੀ ਨਾ, ਇਹ ਕਿਸੇ ਸਭਾ 'ਚ ਗਏ ਤੇ ਉੱਥੇ ਕਿਸੇ ਨੇ ਅਨਾਉਂਸ ਕਰਤਾ ਵੀ ਅੱਜ ਸੰਤ ਜਵੰਦ ਸਿੰਘ ਜੀ ਪੱਕੇ ਰਾਗਾਂ 'ਚ ਕੀਰਤਨ ਕਰਨਗੇ। ਤੇ ਉਹ ਨਹੀਂ ਕਿਹਾ ਵੀ ਫਲਾਣੇ ਦਿਨ ਕੋਈ ਡੇਟ ਸੀ। ਹਾਂਜੀ, ਉਹ ਸੰਤਾਂ ਨੇ ਕਿਹਾ ਵੀ ਹੁਣ ਕਿਵੇਂ ਹੋਵੇ। ਉਹ ਫਿਰ ਇੱਕ ਲੱਤ ਭਾਰ ਪੈਰ ਭਾਰ ਖੜੇ ਰਹੇ। ਤੇ ਮਹਾਰਾਜ ਜਿਵੇਂ 82 ਸੱਤਾ ਬਲਵੰਡਾ ਬਿਟਰ ਗਏ ਸੀ ਨਾ, ਉਦੋਂ ਤੁਸੀਂ ਗੁਰਸਿੱਖਾਂ ਦੀ ਕਿਰਪਾ ਕਰਤੀ ਸੀ। ਤੇ ਹੁਣ ਮੇਰਾ ਤਾਂ ਹੋ ਗਿਆ ਅਨਾਉਂਸ, ਤੇ ਹੁਣ ਪੱਕੇ ਰਾਗਾਂ ਮੈਂ ਕਿਵੇਂ ਕਰੂੰਗਾ, ਕਿਰਪਾ ਕਰ ਦਿਓ। ਉਹ ਫਿਰ ਮਹਾਰਾਜ ਨੇ ਦੇਖ ਲਓ ਐਸੀ ਮਿਹਰ ਕੀਤੀ, ਉਹਨਾਂ ਦੇ ਅੰਦਰੋਂ ਅਨੁਭਵ ਖੁੱਲ੍ਹ ਗਿਆ। ਉਹ ਸੰਤਾਂ ਨੇ ਫਿਰ ਜਿਹੜੇ ਕੀਰਤਨ ਕੀਤਾ, ਬੜੇ ਬੜੇ ਰਾਗੀ ਵੀ ਆਸ਼ੀਸ਼ ਕਰ ਉੱਠੇ। ਕਿਉਂਕਿ ਜੇ ਇੱਕ ਬੰਦਾ ਬੰਦੇ ਨੂੰ ਆਰਟ ਗੁਣ ਦੇ ਸਕਦਾ, ਤੇ ਜੇ ਪਰਮੇਸ਼ਰ ਨਾਲ ਸੁਰਤੀ ਜੁੜ ਜਾਏ, ਤੇ ਜਿਹੜਾ ਸਾਰੀਆਂ ਕਲਾ ਵਿਦਿਆ ਦਾ ਮਾਲਕ ਉਹ ਵੀ ਦੇ ਸਕਦਾ। ਪਰ ਇਹ ਹਰੇਕ ਨਹੀਂ ਲੈ ਸਕਦਾ। ਉਹਨਾਂ ਦੀ ਨਾਮ ਬਣ ਦੀ ਕਮਾਈ ਬਹੁਤ ਸੀ। ਉਹਨਾਂ ਦੀ ਸੁਰਤੀ ਵਿਰਤੀ ਫਿਰ ਸਿੱਧੀ ਮਾਲਕ ਨਾਲ ਜੁੜ ਗਈ। ਹਾਂਜੀ, ਤੇ ਹੈ। ਤੇ ਅਸੀਂ ਉਹਨਾਂ ਦਾ ਦੇਖਿਆ ਇੱਕ ਵਾਰੀ ਉਹਨੇ ਪਿੰਡ ਚਲੇ ਗਿਆ। ਜਿਹੜੇ ਉੱਥੇ ਗਏ ਨਾ, ਤੇ ਇਹ ਬਾਬਾ ਜੀ ਦਾ ਘਰ ਕਿਹੜਾ ਹੁੰਦਾ ਸੀ ਜਨਮ, ਤੇ ਉਹ ਜਗ੍ਹਾ ਤਾਂ ਸਾਦੀ ਜਿਹੀ ਸੀ। ਉੱਥੇ ਹੈ ਨਾ ਕੋਈ ਵੀ, ਤੇ ਜੰਦਾ ਲਗਾਇਆ। ਉਹ ਕਹਿੰਦੇ ਵੀ ਖੋਲੀਏ। ਉਹ ਕੁੰਜੀਆਂ ਦੇ ਗੁੱਛੇ ਲਿਆਏ, ਬੜੇ ਯਤਨ ਕਿ ਖੁੱਲ੍ਹਾ ਹੀ ਨਹੀਂ। ਉਹ ਤਖਾਣਾ ਦਾ ਘਰ ਨੇੜੇ ਸੀ, ਥੋੜੇ ਲਿਆ ਕੇ ਪਨੀ ਕਿ ਉਹ ਟੁੱਟਾ ਹੀ ਨਹੀਂ। ਬੜਾ ਯਤਨ ਕੀਤਾ ਜੀ, ਉਹ ਜੰਦਾ ਨਹੀਂ ਭੱਜਿਆ। ਬੜੇ ਥੋੜੇ ਮਾਰੇ, ਉਹਦੇ ਸਾਰੇ ਚਲੇ ਗਏ ਵੀ ਚਲੋ ਚਲੀਏ। ਹਨੇਰਾ ਵੀ ਕਾਫੀ ਹੋ ਗਿਆ, ਤੇ ਆਪਾਂ ਗਏ ਸੀ ਵੀ ਚਲੋ ਦਰਸ਼ਨ ਕਰ ਆਈਏ। ਤੇ ਉਹ ਜਿਹੜੇ ਚਲੇ ਗਏ, ਤੇ ਮੈਂ ਬਾਬਾ ਜੀ ਧਿਆਨ ਕਰਕੇ ਬੇਨਤੀ ਕੀਤੀ ਵੀ ਮਹਾਰਾਜ ਤੁਸੀਂ ਬੜੇ ਬ੍ਰਹਮ ਗਿਆਨੀ ਸੀਗੇ, ਧੰਨ ਧੰਨ ਬਾਬਾ ਸਿੰਘ ਤੁਹਾਡੇ ਕਿਰਪਾ ਕੀਤੀ। ਬਾਬਾ ਜਵਾਨ ਸਿੰਘ ਗੁਰੂ ਭਾਈ ਸੀ, ਬਾਬਾ ਨਾਨਕ ਸਿੰਘ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਖਿਆਤ ਕੀਤੇ। ਤੇ ਤੁਸੀਂ ਤਾਂ ਗੁਰੂ ਗ੍ਰੰਥ ਕਰਦਾ ਸੀ, ਤਾਂ ਤੁਹਾਡੇ ਸਥਾਨ ਤੇ ਆਏ ਹਾਂ, ਵੀ ਕਿਰਪਾ ਕਰ ਦਿਓ। ਸਾਡੇ ਉਹ ਗਾਣਾ ਦੇਖੋ, ਤੁਸੀਂ ਆਪਣੀ ਬਰਕਤ ਬਖਸ਼ੋ। ਉਹ ਮੈਂ ਬੇਨਤੀ ਕਰਕੇ ਜਲੇ ਜਾਂਦੇ ਨੂੰ ਹੱਥ ਪਾ ਨਾ, ਉਹ ਖੁੱਲ੍ਹ ਕੇ ਹੱਥ 'ਚ ਆ ਗਿਆ। ਅੱਖਾਂ 'ਚ ਪਾਣੀ ਆ ਗਿਆ ਵੀ ਦੇਖੋ ਬੜਾ ਥੋੜਿਆਂ ਨੂੰ ਜਾਂਦੇ ਨੂੰ ਭਾਂਦੇ ਰਹੇ, ਭੱਜਿਆ ਨਹੀਂ, ਟੁੱਟਾ ਨਹੀਂ। ਇਹ ਤੇ ਬੇਨਤੀ ਕਰਨਾ ਤੇ ਮਤਲਬ ਉਹਨਾਂ ਦੀ ਕਲਾ ਹੈਗੀ ਆ। ਤੇ ਜਦੋਂ ਪਹਿਲੀ ਵੀ ਰਾਜਸਥਾਨ ਸੀਗਾ, ਜਿੱਥੇ ਬਾਬਾ ਜੀ ਦੇ ਸਮਾਧ ਆ ਸੰਸਕਾਰ ਹੋਇਆ, ਇਹ ਪਹਿਲੀ ਵਾਰੀ ਗਏ ਸੀ। ਤੇ ਸ਼ਰਧਾ ਵੀ ਹੁੰਦੀ ਆ। ਜਿਲੇ ਮੈਂ ਕਿਹਾ ਵੀ 4 ਪ੍ਰਕਰਮਾਂ ਕਰੀਏ, ਤੇ ਅੱਖਾਂ 'ਚੋਂ ਅਥਰੂ ਆਪੇ ਵਗਣ ਲੱਗ ਪਿਆ। ਮਹਾਂਪੁਰਖਾਂ ਦੇ ਤਪ ਸਥਾਨ ਦਾ ਬੰਦਗੀ ਵਾਲੇ ਪ੍ਰਭਾਵ ਹੁੰਦਾ। ਇਸ ਕਰਕੇ ਕਹਿੰਦੇ ਆ, ਔਰ ਜਿਸ ਬਖਸ਼ੇ ਤਿਸ ਵਡਿਆਈ। ਜਿਹਨੂੰ ਬਖਸ਼ਦੇ ਉਹਨੂੰ ਵਡਿਆਈ ਦਿੰਦੇ ਆ। ਨਾਨਕ ਨਾਮ ਧਿਆਏ ਸਦਾ ਤੂੰ। ਕਹਿੰਦੇ ਹੈ ਗੁਰਮੁਖਾ ਸਦਾ ਨਾਮ ਨੂੰ ਧਿਆ। ਜੰਮਣ ਮਰਨ ਸਵਾਰਨ।
ਤੇ ਉਹਦਾ ਜੰਮਣਾ ਤੇ ਮਰਨਾ ਦੋਨੋਂ ਹੀ ਸਵਾਰੇ ਜਾਂਦੇ ਆ। ਕਿ ਮਨਮੁਖ ਜਨਮ ਵੀ ਵਿਗਾੜ ਲਿਆ, ਮਰਨ ਵੀ ਵਿਗਾੜ ਲਿਆ, ਕਿਉਂਕਿ ਜ਼ਿੰਦਗੀ 'ਚ ਕੋਈ ਕੰਮ ਚੰਗਾ ਕੀਤਾ ਹੀ ਨਹੀਂ। ਮਰਨਾ ਵੀ ਵਿਗਾੜ ਕੇ ਜਾਂਦੇ ਆ, ਤੇ ਜੰਮਣਾ ਵੀ ਵਿਗਾੜ ਲਿਆ, ਰਹਿਣਾ ਵੀ ਵਿਗਾੜ ਲਿਆ, ਮਰਨਾ ਵੀ ਵਿਗਾੜ ਲਿਆ, ਪੁੱਠੇ ਕੰਮ ਕਰ ਕਰਕੇ। ਜਿਹੜੇ ਗੁਰਮੁਖ ਆ ਉਹ ਫਿਰ ਗੁਰਮੁਖ ਜਨਮ ਸਵਾਰ ਦਰਗਾਹ ਚਲਿਆ, ਸੱਚੀ ਦਰਗਾਹ ਜੈ ਸੱਚਾ ਪਿੜ ਮਿਲਿਆ। ਤੇ ਉਹ ਜਿਹੜੇ ਐਸੇ ਮਹਾਂਪੁਰਖ ਆ, ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਲਾਏ। ਸੋ ਇਸ ਤਰ੍ਹਾਂ ਅਸੀਂ ਅੱਜ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪੰਥ ਵਿੱਚ ਬੇਅੰਤ ਮਹਾਂਪੁਰਖ ਪਿੱਛੇ ਵੀ ਅੱਜ ਵੀ ਗਾਂ ਵੀ ਚੱਲਦਾ ਹੀ ਰਹਿਣਾ। ਤੇ ਅੱਜ ਅਸੀਂ ਇਹ ਦੋਸਾਂਝ ਕਲਾਂ ਮੋਗੇ ਦੇ ਨੇੜੇ ਜੋ ਸੰਤ ਬਾਬਾ ਗੁਰਬਚਨ ਸਿੰਘ, ਸੰਤ ਮੱਖਣ ਲਾਲ ਜੀ ਉੱਥੇ ਹੋਏ, ਪਹਿਲਾਂ ਸੰਤ ਬਾਬਾ ਅਤਰ ਸਿੰਘ ਜੀ ਜੋ ਘੁਣਸਾਂ ਵਾਲੇ ਸੀ ਮਹਾਂਪੁਰਖ, ਉਹਨਾਂ ਨੇ ਚਰਨ ਪਾਏ ਸੀ। ਗਾਏ ਬਗਾਏ ਹੋਰ ਵੀ ਸੰਤ ਬੜੇ ਆਉਂਦੇ ਜਾਂਦੇ ਰਹੇ। ਤੇ ਸੰਤ ਭਾਨ ਸਿੰਘ ਜੀ ਪੋਖਰੀ ਵਾਲੇ, ਸੰਤ ਸੇਲ ਸਿੰਘ ਪੋਖਰੀ ਵਾਲੇ, ਬਾਬਾ ਮੀਆਂ ਸਿੰਘ ਜੀ ਰਾਜੇ ਆਣੇ ਵਾਲੇ, ਤੇ ਇਸ ਤਰ੍ਹਾਂ ਸੰਤ ਸਰਵਣ ਸਿੰਘ ਜੀ ਰਾਜੇ ਵਾਲੇ ਵੀ ਇੱਥੇ ਰਹਿੰਦੇ ਰਹੇ। ਉਹਨਾਂ ਦਾ ਸਾਲਾਨਾ ਸਮਾਗਮ ਭਾਈ ਸਾਧੂ ਸੁਣੀ ਬੜੀ ਸ਼ਰਧਾ ਨਾਲ ਸੰਗਤ ਦੇ ਸਹਿਯੋਗ ਨਾਲ ਮਨਾਉਂਦੇ ਆ। ਤੇ ਬੇਅੰਤ ਸਾਧੂ ਉੱਥੇ ਆਉਂਦੇ ਆ, ਪਾਠਾਂ ਦੀ ਲੜੀਆਂ ਚੱਲਦੀਆਂ, ਭੋਗ ਪੈਂਦੇ ਆ, ਤੇ ਨਿਰਮਲ ਭੇਖ ਦੇ ਮਹਾਂਪੁਰਖ ਵੀ ਆਉਂਦੇ ਆ, ਹੋਰ ਸਾਧੂ ਵੀ। ਦੀਵਾਨ ਸਾਹਿਬ ਦੇ ਗੁਰੂ ਕੇ ਲੰਗਰ ਚੱਲਦੇ ਆ। ਗੁਰਦੁਆਰਾ ਸਾਹਿਬ ਵੀ ਇਹ ਮਹਾਂਪੁਰਖਾਂ ਦਾ ਆਸਣ ਜਿਹੜਾ ਉਹ ਵੀ ਬੜੀ ਸੁੰਦਰ ਜਗ੍ਹਾ ਬਣੀ ਹੋਈ ਹੈ। ਅੱਜ ਉਸ ਸਥਾਨ ਦੇ ਦਰਸ਼ਨ ਦਾ ਸੁਭਾਗ ਹੋਇਆ। ਤੇ ਮਹਾਂਪੁਰਖਾਂ ਦੀ ਇਹ ਸਾਲਾਨਾ ਯਾਦ ਵਰਸੀ ਸੀ। ਉਹਨੂੰ ਮੁੱਖ ਰੱਖਦਿਆਂ ਇਹ ਗੁਰ ਸ਼ਬਦ ਦੀ ਜਿਹੜੀ ਵਿਚਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਦੀ ਬਾਣੀ 'ਚੋਂ ਕੀਤੀ ਹੈ ਕਿ ਮਹਾਂਪੁਰਖਾਂ ਦਾ ਜੀਵਨ ਕੈਸਾ, ਕਿਉਂਕਿ ਬਾਣੀ ਦੁਆਰਾ ਸਾਰਾ ਹੀ ਪ੍ਰਗਟ ਹੋ ਜਾਂਦਾ। ਕਿਉਂਕਿ ਜਿਵੇਂ ਸ਼ੀਸ਼ੇ ਚਿਹਰਾ ਦੀ ਦਾ ਨਾ, ਸੰਤਾਂ ਦੀ ਦੇ ਵੀ ਇੱਕ ਆਰਸੀ ਹੈ। ਉਹਨਾਂ ਕੋਲ ਜਾਈਏ ਬੰਦੇ ਨੂੰ ਆਪਣਾ ਪਤਾ ਲੱਗਦਾ, ਮੈਂ ਮਾੜੇ ਕਰਦਾ ਕਿ ਚੰਗੇ ਕਰਦਾ। ਤੇ ਜਿਹੜਾ ਸਿਆਣਾ ਉਹ ਤਾਂ ਜੇ ਚਿਹਰੇ ਤੇ ਧੱਬੇ ਆ, ਸਾਬਣ ਪਾਣੀ ਨੂੰ ਧੋ ਲੈਂਦਾ, ਮੂਰਖ ਪਰਵਾਹ ਨਹੀਂ ਕਰਦਾ। ਸੰਤਾਂ ਕੋਲ ਜਾ ਕੇ ਬੰਦੇ ਨੂੰ ਪਾਪ ਪੁੰਨ ਦੀ ਸੋਝੀ ਹੁੰਦੀ ਹੈ। ਉਹ ਗੁਰਮੁਖ ਤਾਂ ਫਿਰ ਸਿਮਰਨ ਕਰ ਕਰ ਪਾਪਾਂ ਦੀ ਮੈਲ ਧੋ ਲੈਂਦੇ ਆ, ਜਨਮ ਸਵਾਰ ਲੈਂਦੇ ਆ। ਮਨ ਆਉਂਦੇ ਵੀ ਆ, ਪਰ ਉਹ ਇੱਧਰ ਧਿਆਨ ਕੱਟੇ ਦਿੰਦੇ ਆ। ਜਿਹੋ ਜਿਹਾ ਹੈ ਉਹੋ ਜਿਹਾ ਜੀਵਨ ਗੁਜ਼ਾਰ ਕੇ ਚਲੋ। ਅੱਜ ਵਰਸੀ ਆ, ਭੰਡਾਰਾ ਸੋਹਣਾ ਜਗ੍ਹਾ 'ਚ ਕੰਮ ਆ ਗਈ। ਕਈ ਤਾਂ ਫਿੱਥੇ ਕਦੇ ਹੁੰਦੇ ਆ, ਕਈ ਫਿਰ ਗੁਰਮੁਖ ਆ ਰਿਹਾ, ਉਹ ਫਿਰ ਸਿਕਸ਼ਾ ਲੈ ਕੇ ਆਪਣਾ ਜਨਮ ਸਵਾਰਦੇ ਆ। ਤੇ ਸੰਤ ਬਾਬਾ ਗੁਰਬਚਨ ਸਿੰਘ, ਉਹਨਾਂ ਦਾ ਨਾਮ ਵੀ ਹਾਂਜੀ ਬੜਾ ਵਧੀਆ। ਉਹਨੇ ਗੁਰੂ ਦੇ ਬਚਨ ਦੀ ਕਮਾਈ ਕੀਤੀ। ਸੰਤ ਰਾਮ ਸਿੰਘ ਨਿਰਮਲੇ ਸੰਤ ਸੇ ਹਰਿਦੁਆਰ ਰਹੇ ਪਾਕਿਸਤਾਨ ਤੋਂ ਬਾਅਦ। ਤੇ ਆਮ ਉਹਨਾਂ ਨੂੰ ਅੱਡੀ ਚੌਕ ਕਹਿ ਦਿੰਦੇ, ਥੋੜ੍ਹਾ ਜਿਹਾ ਅੱਡੀ ਚੌਕ ਕੇ ਤੁਰਦੇ ਹੁੰਦੇ। ਤੇ ਉਹਨਾਂ ਦੇ ਸ਼ਿਸ਼ ਸੀਗੇ। ਤੇ ਔਰ ਇਸੇ ਤਰ੍ਹਾਂ ਫਿਰ ਉਹਨਾਂ ਦੇ ਹੁਕਮ ਨੇ ਇਹਨਾਂ ਨੇ ਵਿਦਿਆ ਪੜ੍ਹੀ ਤੇ ਸੋਹਣੇ ਗਿਆਨੀ ਸੀਗੇ। ਇਸ ਨਗਰ 'ਚ ਵੀ ਕਾਫੀ ਸਮਾਂ ਗੁਰੂ ਸ਼ਬਦ ਦੀ ਜਾਂ ਸੂਰਜ ਪ੍ਰਕਾਸ਼ ਦੀ ਕਥਾ ਵੀ ਸੰਗਤਾਂ ਨੂੰ ਸੁਣਾਉਂਦੇ ਰਹੇ। ਤਿਆਗੀ ਵਿਰਾਗੀ ਵੀ ਸੀ, ਵਿਦਵਾਨ ਮਹਾਂਪੁਰਖ ਸੀ। ਤੇ ਇਹਨਾਂ ਦੇ ਸਹਿਯੋਗੀ ਸੰਤ ਅਮਰਦਾਸ ਬੂੜੇ ਵਾਲੇ, ਉਹਨਾਂ ਨੂੰ ਵੀ ਚੰਗਾ ਪਿਆਰ ਸੀ। ਇੱਥੇ ਆ ਕੇ ਵੀ ਕਾਫੀ ਰਹਿੰਦੇ ਸੀਗੇ। ਤੇ ਗਿਆਨੀ ਗੁਰਚਰਨ ਸਿੰਘ ਤੇ ਪੰਡਿਤ ਪ੍ਰੀਤਮ ਭਜਨਗੜ੍ਹ ਵਾਲਿਆਂ ਦੇ ਪ੍ਰੇਮੀ ਸੀਗੇ। ਉਹਨਾਂ ਦਾ ਵੀ ਇਹਨਾਂ ਨਾਲ ਕਾਫੀ ਪਿਆਰ ਸੀਗਾ। ਤੇ ਉਹ ਕੋਕਰੀ ਵੀ ਸੰਤ ਸੇਲ ਸੁਣਾ ਕੋ ਕਾਫੀ ਸਮਾਂ ਰਹਿ ਜਾਂਦੇ ਹੁੰਦੇ ਸੀ। ਉਹ ਵੀ ਬੜੇ ਵਿਦਵਾਨ ਮਹਾਂਪੁਰਖ ਸੀਗੇ। ਸੰਤ ਬਾਬਾ ਅਮੀਰ ਸਿੰਘ ਜੀ ਅੰਮ੍ਰਿਤਸਰ ਸੱਤੂ ਵਾਲੀ ਗਲੀ, ਭਾਈ ਮਨੀ ਸਿੰਘ ਦੀ ਜਿਹੜੀ ਸੰਪਰਦਾ, ਉੱਥੇ ਵੀ ਇਹਨਾਂ ਨੇ ਇਹ ਗੁਰਮਤਿ ਦੀ ਵਿਦਿਆ ਪੜ੍ਹੀ।
ਤੇ ਹੋਰ ਵੀ ਮਹਾਂਪੁਰਖ ਜਿੱਥੇ ਜਿੱਥੇ ਵੀ ਕੋਈ ਵਿਦਵਾਨ ਸਾਧੂ ਮਿਲਦਾ ਉੱਥੋਂ ਗੁਣਗ੍ਰਾਹੀ ਹੁੰਦੇ ਆ। ਜਿਵੇਂ ਭੌਰਾ ਗੁਣਗ੍ਰਾਹੀ ਹੈ, ਜਿੱਥੇ ਫੁੱਲ ਦੇ ਤਾਂ ਉੱਥੇ ਚਲ ਜਾਂਦਾ ਸ਼ਹਿਦ ਦੀ ਮੁਖੀ, ਤੇ ਭੂੰਡ ਜਿਹੜੇ ਉਹਨੇ ਗੰਦ ਫਰੋਲਣਾ। ਤੇ ਮਹਾਂਪੁਰਖਾਂ ਦਾ ਐਸਾ ਜੀਵਨ ਆ, ਬੜੇ ਤਿਆਗੀ ਵਿਰਾਗੀ ਉਹ ਸਾਧੂ ਹੋਏ ਆ। ਤੇ ਅੱਜ ਅਸੀਂ ਉਹਨਾਂ ਦੀ ਵਰਸੀ ਮਨਾਉਣ ਦਾ ਸੁਭਾਗ ਪ੍ਰਾਪਤ ਕਰਦੇ ਹਾਂ। ਆਏ ਸਾਰੇ ਮਹਾਂਪੁਰਖਾਂ ਦਾ, ਸਮੁੱਚੀ ਸੰਗਤ ਦਾ, ਭਾਈ ਸਾਧੂ ਸਿੰਘ ਦਾ ਵੀ ਧੰਨਵਾਦ ਕਰਦੇ ਹਾਂ, ਜਿਹੜੇ ਬੜੇ ਪਿਆਰ ਨਾਲ ਇਸ ਸਥਾਨ ਦੀ ਸੇਵਾ ਨਿਭਾਉਂਦੇ ਆ। ਅਤੇ ਪ੍ਰਬੰਧਕਾਂ ਦਾ, ਸੰਗਤਾਂ ਦਾ ਵੀ ਜਿਹੜੇ ਸਹਿਯੋਗ ਦਿੰਦੇ ਆ, ਕਿ ਅੱਜ ਬੜੇ ਪਿਆਰ ਨਾਲ ਉਹਨਾਂ ਦੀ ਇਹ ਬਰਸੀ ਮਨਾਈ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਨਾਮ ਬਾਣੀ ਦਾ ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।